ਇਸ ਟਾਈਮ ਦੇ ਉੱਪਰ ਐਗਰੀਕਲਚਰ ਤੇ ਜਿਹੜੀਆਂ ਸਹਾਇਕ ਕਿਰਿਆਵਾਂ ਨੇ ਉਹਨੂੰ 100 ਰੁਪਏ ਦੇ ਵਿੱਚੋਂ ਜੇ 100 ਰੁਪਏ ਇਨਕਮ ਆਪਣੀ ਨੇਸ਼ਨ ਦੀ ਭਾਰਤ ਦੀ ਤਾਂ 13 ਰੁਪਏ ਇਹਨਾਂ ਨੂੰ ਆ ਰਹੇ ਨੇ ਜੀ। ਸਮਝ ਰਹੇ ਗੱਲ ਨਾ? ਸਮਝ ਗਏ। 100 ਰੁਪਏ ਕਮਾਈ ਹੋ ਰਹੀ ਹੈ, ਇਨਕਮ ਜਨਰੇਟ ਹੋ ਰਹੀ ਹੈ, 13 ਰੁਪਏ ਇੱਥੇ ਖੇਤੀਬਾੜੀ ਤੇ ਉਹਦੇ ਸਹਾਇਕ ਜਿਹੜੇ ਕਿੱਤੇ ਨੇ ਜਾਂ ਹੋਰ ਜਿਹੜੀਆਂ ਕਿਰਿਆਵਾਂ ਨੇ ਉਹਦੇ 'ਚ 13 ਰੁਪਏ ਮਿਲ ਰਹੇ ਨੇ 100 ਦੇ ਵਿੱਚੋਂ ਜੀ। ਤੇ ਲੋਕ ਉਹਦੇ 'ਚ ਕੰਮ ਕਰਦੇ ਨੇ 60%। ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਨੇ ਪੰਜਾਬ ਦੀ ਖੇਤੀ ਨੂੰ ਰਖੇਲ ਵਾਂਗੂ ਵਰਤਿਆ। ਰਖੇਲਾਂ ਦੇ ਮਰਨ ਦਾ, ਰਖੇਲਾਂ ਦੇ ਛੱਡਣ ਦਾ ਦੁੱਖ ਕਿਸੇ ਨੂੰ ਨਹੀਂ ਲੱਗਦਾ। ਅੱਜ ਭਾਰਤ ਇਸ ਰਖੇਲ ਨੂੰ ਛੱਡਣ ਦੇ ਕਿਨਾਰੇ ਦੇ ਉੱਤੇ ਆ। ਦੇਖੋ, ਪਹਿਲੀ ਗੱਲ ਤਾਂ ਜਿਹੜੀ ਕਰਜ਼ੇ ਮਾਫੀ ਵਾਲੀ ਗੱਲ ਹੈ, ਸ਼ਬਦ ਹੀ ਗਲਤ ਹੈ ਇਹ। ਬਿਲਕੁਲ। ਮਾਫੀ ਤਾਂ ਹੁੰਦੀ ਹੈ ਨਾ, ਕਿਸੇ ਨੇ ਕੋਈ ਗੁਨਾਹ ਕਰਤਾ, ਚਲੋ ਤੁਸੀਂ ਉਹਨੂੰ ਆਪਦਾ ਵੱਡਪਣਾ ਦਿਖਾਉਂਦੇ ਹੋਏ ਉਹਨੂੰ ਮਾਫ ਕਰ ਦਿੰਦੇ ਹੋ। ਕਿਸਾਨਾਂ ਨੇ ਟਿੱਬਿਆਂ ਦੇ ਵਿੱਚ ਝੋਨਾ ਕਣਕ ਹੁੰਦਾ ਸੀ। ਜਿਹੜਾ ਦੇਸ਼ ਦੂਜਿਆਂ ਮੂਹਰੇ ਗੋਡੇ ਟੇਕਦਾ ਸੀ ਸਾਨੂੰ ਖਾਣ ਨੂੰ ਅਨਾਜ ਦੇ ਦਿਓ, ਅਮਰੀਕਾ ਤੋਂ ਮਿੰਨਤਾਂ ਕਰਦੇ ਸੀਗੇ, ਅੱਜ ਸਫੀਸ਼ੀਐਂਟ ਜਿਹੜੀ ਫੂਡ ਗ੍ਰੇਨ ਪ੍ਰੋਡਕਸ਼ਨ ਦਿੱਤੀ ਹੈ। ਵੀ ਕਿਸਾਨਾਂ ਨੇ ਜਿਹੜਾ ਕਰਜ਼ਾ ਲਿਆ ਉਹਦਾ 90% ਜਿਹੜਾ ਹੈਗਾ ਉਹ ਪ੍ਰੋਡਕਸ਼ਨ ਪਰਪਸ ਲਈ ਯੂਜ਼ ਕੀਤਾ ਜੀ। ਚਾਹੇ ਖੂਹ ਲਾਇਆ, ਮੋਟਰ ਲਾਈ, ਟਰੈਕਟਰ ਲਿਆ, ਖੇਤ ਪੱਧਰਾ ਕੀਤਾ। ਦੇਖੋ ਹੁਣ ਜੇ ਦੂਜੇ ਕਾਰੋਬਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਐਡਾ ਲਾਸ ਹੋ ਜੇ ਤਾਂ ਸਰਕਾਰਾਂ ਉਹਨਾਂ ਨੂੰ ਜਿਹੜਾ ਹੈਗਾ ਵੇਵ ਆਫ ਕਰਦੀਆਂ ਨੇ। ਖੇਤੀਬਾੜੀ ਦੇ ਵਿੱਚ ਇੱਕ ਚੇਂਜ ਆਈ ਸਾਡੇ ਦੇ ਵਿੱਚ, ਉਹਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਦਿੱਤਾ ਗਿਆ। ਹਾਲਾਂਕਿ ਮੈਂ ਤਾਂ ਉਹਨੂੰ ਕਹਿੰਦਾ ਉਹ ਖੂਨੀ ਕ੍ਰਾਂਤੀ ਹੈ ਜੀ। ਉਹਦੇ 'ਚੋਂ ਆਤਮ ਹੱਤਿਆਵਾਂ ਉੱਗਰੀਆਂ, ਫਸਲਾਂ ਬੀਜੀਆਂ ਲੋਕਾਂ ਨੇ, ਫਾਹੇ ਸਲਫਾਸਾਂ ਇਹ ਸਿੱਟੇ ਉਹਨਾਂ ਦੇ। ਭੁੱਖੇ ਲੂਸਣ ਅੱਜ ਦੇ ਹਾਲੀ, ਕਿਰਤੀ ਕਾਮੇ ਢਿੱਡੋਂ ਖਾਲੀ। ਦੂਸਰਿਆਂ ਨੂੰ ਜੋ ਦੇਣ ਖੁਸ਼ਹਾਲੀ, ਖੁਦ ਦੇ ਪੱਲੇ ਪਈ ਕੰਗਾਲੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿਰਾਸਤ ਟੀਵੀ ਤੇ ਮੈਂ ਜਸਵਿੰਦਰ ਯਾਦ। ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਇਹ ਲਾਈਨਾਂ ਅੰਮ੍ਰਿਤਾ ਪ੍ਰੀਤਮ ਦੀਆਂ ਜੋ ਮੈਂ ਤੁਹਾਡੇ ਸਾਹਮਣੇ ਰੱਖੀਆਂ। ਇਹਨਾਂ ਲਾਈਨਾਂ ਨੂੰ ਅਸੀਂ ਗੈਰ ਪ੍ਰਸੰਗਿਕ ਅੱਜ ਵੀ ਨਹੀਂ ਕਹਿ ਸਕਦੇ, ਤੇ ਜਿਸ ਵਕਤ ਇਹਨਾਂ ਨੂੰ ਲਿਖਿਆ ਗਿਆ ਹੋਊਗਾ, ਝਰੀਟਿਆ ਗਿਆ ਹੋਊਗਾ, ਇਹ ਗੈਰ ਪ੍ਰਸੰਗਿਕ ਉਦੋਂ ਵੀ ਨਹੀਂ ਸੀ। ਕੀ ਹਾਲਾਤ ਨੇ, ਇਸੇ ਨੂੰ ਅਸੀਂ ਮੁੱਦਾ ਬਣਾ ਕੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ। ਖੇਤੀ ਦੇ ਉੱਤੇ, ਖੇਤੀ ਦੇ ਹਾਲਾਤਾਂ ਦੇ ਉੱਤੇ, ਜਾਂ ਕਹਿ ਲਓ ਖੇਤੀ ਦੇ ਸੰਕਟ ਦੇ ਉੱਤੇ। ਤੇ ਇਹਦੇ ਵਿੱਚ ਸਾਡੇ ਨਾਲ ਸਾਡੇ ਵਿਸ਼ੇਸ਼ ਮਹਿਮਾਨ ਬਹਾਦਰ ਸਿੰਘ ਦਿਓਣ, ਉੱਘੇ ਅਰਥ ਸ਼ਾਸਤਰੀ, ਜਿਨ੍ਹਾਂ ਨੂੰ ਤੁਸੀਂ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਸਿੰਘ ਜੀ। ਜੀ, ਤੁਸੀਂ ਸਟੂਡੀਓ ਵਿੱਚ ਆਏ ਤੇ ਇਹਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੇ ਸ਼ੁਰੂਆਤ ਕਰਦੇ ਹਾਂ ਸਵਾਲਾਂ ਦੇ ਸਿਲਸਿਲੇ ਦੀ। ਗੱਲ ਹਰੀ ਕ੍ਰਾਂਤੀ ਦੀ ਕਰਦੇ ਹਾਂ, ਗੱਲ ਕਰਦੇ ਹਾਂ ਸ਼ੁਰੂਆਤ ਨਹੀਂ। ਸੰਕਟ ਕਿਵੇਂ ਆਇਆ ਬਾਅਦ ਦੀਆਂ ਗੱਲਾਂ। ਹਰੀ ਕ੍ਰਾਂਤੀ ਨੂੰ ਕਿਹੜੀ ਅੱਖ ਨਾਲ ਵੇਖਦੇ ਹੋ, ਜਿਹੜੀ ਅੱਖ ਨਾਲ ਲੋਕ ਜਾਂ ਇੱਕ ਵਿਦਵਾਨਾਂ ਵਾਲੀ ਹੋਰ ਦ੍ਰਿਸ਼ਟੀਕੋਣ? ਦੇਖੋ, ਇੱਕ ਹਰੀ ਕ੍ਰਾਂਤੀ ਸ਼ਬਦ ਦੇ ਦਿੱਤਾ ਗਿਆ, ਇੱਕ ਸ਼ਬਦ ਦੇ ਦਿੱਤਾ ਗਿਆ। ਖੇਤੀਬਾੜੀ ਦੇ ਵਿੱਚ ਇੱਕ ਚੇਂਜ ਆਈ ਸਾਡੇ ਦੇ ਵਿੱਚ, ਉਹਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਦਿੱਤਾ ਗਿਆ। ਹਾਲਾਂਕਿ ਮੈਂ ਤਾਂ ਉਹਨੂੰ ਕਹਿੰਦਾ ਉਹ ਖੂਨੀ ਕ੍ਰਾਂਤੀ ਹੈ ਜੀ। ਉਹਦੇ 'ਚੋਂ ਆਤਮ ਹੱਤਿਆਵਾਂ ਉੱਗਰੀਆਂ, ਫਸਲਾਂ ਬੀਜੀਆਂ ਲੋਕਾਂ ਨੇ, ਫਾਹੇ ਸਲਫਾਸਾਂ ਇਹ ਸਿੱਟੇ ਉਹਨਾਂ ਦੇ। ਜੇ ਥੋੜ੍ਹੀ ਜਿਹੀ ਇੱਥੇ ਆਪਾਂ ਪਿੱਛੇ ਜਾ ਕੇ ਗੱਲ ਕਰੀਏ ਜਸਵਿੰਦਰ ਜੀ, ਪਿਛਲੀ ਸਦੀ ਦੇ 6ਵੇਂ ਦਹਾਕੇ ਦੀ ਗੱਲ ਹੋਊਗੀ ਜੀ, ਜਦੋਂ ਭਾਰਤ ਕੋਲੇ ਆਪਦੇ ਲੋਕਾਂ ਨੂੰ ਖਾਣ ਲਈ ਦੇਣ ਲਈ ਅਨਾਜ ਨਹੀਂ ਸੀ। ਅਮਰੀਕਾ ਨਾਲ ਸਮਝੌਤਾ ਕੀਤਾ ਇੱਕ PL 460 ਜੀ, ਜਿਹਦੇ 'ਚੋਂ ਤਾਂ ਉਹਨਾਂ ਤੋਂ ਕੋਈ ਸੈਕੰਡਰੀ ਦਰਜੇ ਦਾ ਜਿਹੜਾ ਸੀ ਅਨਾਜ ਅਸੀਂ ਮੰਗਵਾ ਰਹੇ ਸੀ ਜੀ। ਜਦੋਂ ਸਾਡੀ ਪਾਕਿਸਤਾਨ ਨਾਲ ਲੜਾਈ ਲੱਗਦੀ ਹੈ ਤਾਂ ਅਮਰੀਕਾ ਪਾਕਿਸਤਾਨ ਦੇ ਬੈਕ 'ਤੇ ਖੜਾ ਸੀ, ਤਾਂ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਜਾਂ ਤਾਂ ਤੁਸੀਂ ਫੌਜ ਵਾਪਸ ਕਰੋ ਆਪਦੀ, ਤੇ ਜਾਂ ਤੁਹਾਨੂੰ ਅਸੀਂ ਉਸ ਸਮਝੌਤੇ ਦੇ ਤਹਿਤ ਅਨਾਜ ਨਹੀਂ ਦੇਵਾਂਗੇ ਜੀ। ਉਦੋਂ ਤੱਕ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਸੀ ਕਿਸੇ ਨਾ ਕਿਸੇ ਤਰ੍ਹਾਂ ਐਡੀ ਵੱਡੀ ਆਬਾਦੀ ਲਈ ਅਨਾਜ ਤਾਂ ਆਪਾਂ ਨੂੰ ਆਪਦੇ ਦੇਸ਼ 'ਚ ਹੀ ਪੈਦਾ ਕਰਨਾ ਪੈਣਾ ਜੀ। ਫੋਰਡ ਫਾਊਂਡੇਸ਼ਨ ਉਦੋਂ ਪਹਿਲਾਂ ਇੰਡੀਆ 'ਚ ਆ ਗਈ ਸੀ ਜੀ ਇੱਕ ਸਰਵੇ ਲਈ। ਫੋਰਡ ਫਾਊਂਡੇਸ਼ਨ ਖੇਤੀਬਾੜੀ ਨਾਲ ਸੰਬੰਧਿਤ ਮਲਟੀਨੈਸ਼ਨਲ ਕੰਪਨੀ ਸੀ। ਉਹਨਾਂ ਨੇ ਕੁਝ ਇਲਾਕੇ ਚੁਣੇ, ਸਿਫਾਰਸ਼ਾਂ ਦਿੱਤੀਆਂ ਕਿ ਕਿਸ ਤਰ੍ਹਾਂ ਨਵੀਂ ਜਿਹੜੀ ਹੈਗੀ ਆ ਵਿਧੀ ਹੈ ਜਿਹਦੇ 'ਚ ਖਾਦ, ਬੀਜ, ਸਿੰਚਾਈ ਫਾਰਮੂਲਾ ਹੈ,
ਨਵੇਂ ਬੀਜ ਰੇਹ ਪਾ ਦਿਓ, ਪਾਣੀ ਲਾ ਦਿਓ ਤੇ ਫਸਲਾਂ ਦੇ ਝਾੜ ਬਹੁਤ ਵੱਧ ਜਾਣਗੇ ਜੀ। ਪਹਿਲਾਂ ਕੁਝ ਜ਼ਿਲ੍ਹਿਆਂ 'ਚ ਪ੍ਰੋਗਰਾਮ ਚਲਾਇਆ, ਉਹ 8 ਜ਼ਿਲ੍ਹਿਆਂ ਦੇ ਵਿੱਚ ਲਾਗੂ ਕੀਤਾ ਸ਼ੁਰੂ ਦੇ ਵਿੱਚ ਉਹ ਜੀ। ਚੰਗੇ ਰਿਜ਼ਲਟ ਆਏ। ਫਿਰ ਉਹ ਇੰਡੀਆ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਪੰਜਾਬ ਇੱਕ ਸੀ ਉਹਨਾਂ 'ਚ ਵੱਡੇ ਪੱਧਰ 'ਤੇ ਲਾਗੂ ਹੋ ਗਿਆ ਜੀ। ਨਵੇਂ ਬੀਜ ਦੇ ਤੇ ਰੇਹਾਂ ਦੇਤੀਆਂ। ਉਹਦੇ 'ਚ ਕੀ ਨਿਕਲਿਆ? ਕਣਕ, ਚਾਵਲ ਤੇ ਆਲੂ ਜੀ। ਹਰੀ ਕ੍ਰਾਂਤੀ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਝਾੜ 'ਚ ਬਹੁਤ ਵਾਧਾ ਕਰਤਾ ਉਹਨੇ। ਕੁਝ ਕੁ ਸੂਬਿਆਂ 'ਚ ਜਿਵੇਂ ਪੰਜਾਬ, ਹਰਿਆਣਾ, ਪੱਛਮੀ ਉੱਤਰੀ ਪ੍ਰਦੇਸ਼, ਇਹਨਾਂ ਸੂਬਿਆਂ ਦੇ ਵਿੱਚ ਜੀ ਉਤਪਾਦਨ 'ਚ ਬਹੁਤ ਜ਼ਿਆਦਾ ਵਾਧਾ ਕਰਤਾ। 200-300 ਗੁਣਾ ਜਿਹੜਾ ਵਾਧਾ ਹੋ ਗਿਆ ਕਈ ਫਸਲਾਂ ਦਾ। ਤਾਂ ਹੋਇਆ ਕਿ ਨਾਲ ਉਹਦੇ ਫਿਰ ਰੇਹਾਂ ਸਪਰੇਆਂ ਦੀ ਮਾਤਰਾ ਵੱਧਦੀ ਗਈ। ਹਰੀ ਕ੍ਰਾਂਤੀ ਜਿਵੇਂ ਜਿਵੇਂ ਜਵਾਨ ਹੁੰਦੀ ਗਈ, ਕਿਸਾਨੀ ਸੰਕਟ ਉਵੇਂ ਵੱਡਾ ਹੁੰਦਾ ਗਿਆ। ਜੀ। ਕਿਰਾਂ ਦਾ ਹੁਲਾਰਾ ਲੱਗਿਆ ਕਿ ਦੇਖੋ ਬਹੁਤ ਜ਼ਿਆਦਾ ਵਿਕਾਸ ਹੋ ਜਾਊਗਾ, ਬਹੁਤ ਜ਼ਿਆਦਾ ਫਸਲਾਂ ਹੋਣ ਲੱਗ ਗਈਆਂ, ਤਰੱਕੀ ਮਹਿਸੂਸ ਹੋਣ ਲੱਗੀ ਲੋਕਾਂ ਨੂੰ। ਜੀ। ਉਹਨਾਂ ਨੇ ਹੋਰ ਜ਼ਿਆਦਾ ਉਸ ਚੀਜ਼ ਨੂੰ ਯੂਜ਼ ਕਰਨਾ ਸ਼ੁਰੂ ਕਰਤਾ। ਪਰ ਜਿਵੇਂ ਜਿਵੇਂ ਨਾਲ ਉਹਦੇ ਮਾੜੇ ਪ੍ਰਭਾਵ ਆਉਣ ਲੱਗ ਗਏ, ਖੇਤਾਂ ਦੀ ਜਿਹੜੀ ਪ੍ਰੋਡਕਟਿਵਿਟੀ ਘਟਣ ਲੱਗ ਗਈ, ਰੇਹਾਂ ਸਪਰੇਆਂ ਦੀ ਮੰਗ ਵਧਣ ਲੱਗ ਗਈ, ਕਿਸਾਨਾਂ ਸਿਰ ਕਰਜ਼ੇ ਹੋ ਗਏ, ਮੁਕਾਬਲੇਬਾਜ਼ੀ, ਪ੍ਰਦੂਸ਼ਣ, ਫਿਰ ਤੁਹਾਨੂੰ ਪਤਾ ਸਲਫਾਸਾਂ, ਰੱਸੇ, ਆਤਮ ਹੱਤਿਆਵਾਂ, ਅਤੇ ਅੱਜ ਉਹ ਦੌਰ ਜਿਹੜਾ ਹੈਗਾ ਕਿਸਾਨੀ ਸੜਕਾਂ 'ਤੇ ਆ ਕੇ ਸੰਘਰਸ਼ ਲੜਨ ਲਈ ਮਜਬੂਰ ਹੋ ਗਈ। ਜੀ। ਸੋ ਇਹ ਐਂ ਦੇਖਦਾ ਹਰੀ ਕ੍ਰਾਂਤੀ ਨੂੰ ਮੈਂ ਕਿ ਇੱਥੋਂ ਸ਼ੁਰੂ ਹੋਈ ਭਾਰਤ ਦੀਆਂ ਲੋੜਾਂ ਦੇ ਵਿੱਚੋਂ, ਅਤੇ ਜਿਹੜੇ ਸੂਬਿਆਂ ਨੇ ਇਹਨੂੰ ਯੂਜ਼ ਕੀਤਾ, ਲਾਗੂ ਕੀਤਾ, ਉਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅਨਾਜ ਉਤਪਾਦਨ ਲਈ। ਜੀ। ਅਤੇ ਅੱਜ ਜਿਹੜੇ ਹੈਗੇ ਉਹ ਇਸ ਗੱਲੋਂ ਸੰਕਟ 'ਚ ਘਿਰ ਗਏ। ਜੀ। ਇਸੇ 'ਚੋਂ ਇੱਕ ਸਵਾਲ ਹੋਰ ਕਰੀਏ ਤਾਂ ਇਹ ਬਣਦਾ ਕਿ ਕਿਹੜੇ-ਕਿਹੜੇ ਸੂਬੇ ਸੀ ਜਿਨ੍ਹਾਂ ਨੇ ਇਹਨੂੰ ਜੰਮ ਕੇ ਇਹਦੇ ਉੱਤੇ ਕੰਮ ਕੀਤਾ, ਜਾਂ ਕਹਿ ਲਓ ਕਿ ਪੂਰੀ ਜੀ ਹਜ਼ੂਰੀ ਦੇ ਨਾਲ ਲਾਗੂ ਕੀਤਾ, ਤੇ ਕੁਝ ਕੁ ਨੇ ਨਹੀਂ ਕੀਤਾ ਹੋਣਾ ਜਾਂ ਘੱਟ ਕੀਤਾ ਹੋਣਾ। ਇਹਨੂੰ ਕਿਵੇਂ ਦੇਖਦੇ ਹੋ? ਹਾਂ ਦੇਖੋ, ਜਿਵੇਂ ਹੁਣ ਜਿੰਨੇ ਵੀ ਉੱਤਰੀ ਭਾਰਤ ਦੇ ਮੈਦਾਨ ਸੀ ਇੰਡੀਆ ਦਾ, ਜਿਹੜਾ ਜਗਰਾਫੀਕਲੀ ਆਪਾਂ ਦੇਖੀਏ, ਜਿਹੜੇ ਦਰਿਆਵਾਂ ਦੇ ਮਿੱਟੀ ਨਾਲ ਬਣੇ ਮੈਦਾਨ ਸੀ, ਜਲੋਢੀ ਮਿੱਟੀ ਵਾਲੇ, ਉੱਥੇ ਲਗਭਗ ਇਹ ਚੀਜ਼ ਜਿਹੜੀ ਸੀ ਇੰਪਲੀਮੈਂਟ ਹੋਈ ਹੈ। ਜੀ। ਨਾਰਥ ਈਸਟ ਦੇ ਵਿੱਚ ਨਹੀਂ ਹੋਈ। ਜੀ। ਰਾਜਸਥਾਨ ਇਹ ਤੋਂ ਬਚਿਆ ਰਿਹਾ। ਜੀ। ਸਾਊਥ ਦੇ ਬਹੁਤ ਸਾਰੇ ਇਲਾਕੇ ਬਚੇ ਰਹੇ, ਕੁਝ ਇਲਾਕਿਆਂ ਨੂੰ ਛੱਡ ਕੇ, ਤਾਮਿਲਨਾਡੂ ਵਗੈਰਾ ਨੂੰ। ਤਾਂ ਪੰਜਾਬ, ਹਰਿਆਣਾ, ਪੱਛਮੀ ਯੂਪੀ, ਵੈਸਟ ਬੰਗਾਲ ਦਾ ਕੁਝ ਪਾਰਟ, ਤਾਮਿਲਨਾਡੂ, ਇਹਨਾਂ ਸਟੇਟਾਂ ਨੇ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈ ਇਹ ਨਵੀਂ ਟੈਕਨੋਲੋਜੀ ਨੂੰ ਜਿਹੜਾ ਇੰਪਲੀਮੈਂਟ ਕਰ ਲਿਆ। ਬਿਲਕੁਲ। ਰਿਜ਼ਲਟ ਬਹੁਤ ਵਧੀਆ ਆਏ ਸ਼ੁਰੂ 'ਚ ਉਹਦੇ, ਅਤੇ ਸੰਕਟ ਵੀ ਉੱਥੇ ਬਹੁਤ ਜ਼ਿਆਦਾ ਵੱਡਾ ਜਿਹੜਾ ਆਇਆ ਉਹਨਾਂ ਇਲਾਕਿਆਂ 'ਚ ਹੀ ਆਇਆ। ਉਹਨਾਂ 'ਚੋਂ ਕੋਈ ਤਾਂ ਜਿਵੇਂ ਹੁਣ ਪੰਜਾਬ ਨੂੰ ਦੇਖਾਂ ਮੈਂ, ਇਹ ਤਾਂ ਇੱਕ ਬਸਤੀ ਬਣ ਕੇ ਰਹਿ ਗਿਆ ਜਿਹੜਾ ਕਿ ਫੂਡ ਗ੍ਰੇਨ ਗਰੋ ਕਰਦਾ ਹੈ। ਠੀਕ ਹੈ, ਕੱਚਾ ਹੀ ਜਿਹੜਾ ਹੈਗਾ ਮਾਲ ਵੇਚ ਦਿੰਦਾ, ਕੋਈ ਪ੍ਰੋਸੈਸਿੰਗ ਨਹੀਂ ਉਹਦੀ, ਕੁਛ ਨਹੀਂ। ਜੀ। ਜਸਵਿੰਦਰ, ਇਹ ਗੱਲ ਇੱਦਾਂ ਨੇ, ਜਿਹੜੀ ਇਕੋਨਮੀ ਦਾ ਸਟਰਕਚਰ ਹੁੰਦਾ ਹੈ ਜੀ, ਇਸ ਟਾਈਮ ਦੇ ਉੱਪਰ ਐਗਰੀਕਲਚਰ ਅਤੇ ਜਿਹੜੀਆਂ ਸਹਾਇਕ ਕਿਰਿਆਵਾਂ ਨੇ, ਉਹਨੂੰ 100 ਰੁਪਏ ਦੇ ਵਿੱਚੋਂ, ਜੇ 100 ਰੁਪਏ ਇਨਕਮ ਆ ਆਪਣੀ ਨੇਸ਼ਨ ਦੀ, ਭਾਰਤ ਦੀ, ਤਾਂ 13 ਰੁਪਏ ਇਹਨਾਂ ਨੂੰ ਆ ਰਹੇ ਨੇ। ਜੀ, ਸਮਝ ਰਹੇ ਗੱਲ ਨਾ? ਸਮਝ ਗਏ। 100 ਰੁਪਏ ਕਮਾਈ ਹੋ ਰਹੀ ਹੈ, ਇਨਕਮ ਜਨਰੇਟ ਹੋ ਰਹੀ ਹੈ, 13 ਰੁਪਏ ਇੱਥੇ ਖੇਤੀਬਾੜੀ 'ਤੇ ਉਹਦੇ ਸਹਾਇਕ ਜਿਹੜੇ ਕਿੱਤੇ ਨੇ ਜਾਂ ਹੋਰ ਜਿਹੜੀਆਂ ਕਿਰਿਆਵਾਂ ਨੇ, ਉਹਦੇ 'ਚ 13 ਰੁਪਏ ਮਿਲ ਰਹੇ ਨੇ 100 ਦੇ ਵਿੱਚੋਂ। ਜੀ। ਅਤੇ ਲੋਕ ਉਹਦੇ 'ਚ ਕੰਮ ਕਰਦੇ ਨੇ 60%। ਓਕੇ। ਦੇਖੋ, ਸੰਕਟ ਇਸ ਤਰ੍ਹਾਂ ਦਾ ਬਣ ਗਿਆ ਕਿ ਇੱਕ ਤਾਂ ਜਿਹੜੀ ਇਨਕਮ ਦਾ ਗੈਪ ਹੈ ਉਹ ਬਹੁਤ ਵੱਡਾ ਬਣ ਗਿਆ ਕਿ 60% ਲੋਕ 13% ਇਨਕਮ ਲੈ ਰਹੇ ਨੇ। ਰਸ਼ ਵੱਧ ਗਿਆ ਉੱਥੇ। ਜੀ। ਇੱਕ ਤਾਂ ਇਹ ਸੰਕਟ ਹੋ ਗਿਆ ਇਹਦਾ। ਦੂਜੀ ਗੱਲ ਕੀ ਆ ਗਈ, ਪਹਿਲਾਂ ਸ਼ੁਰੂ ਦੇ ਵਿੱਚ ਇਹ ਲੱਗਿਆ ਸੀ ਕਿ ਜਿਹੜਾ ਇਹ ਸੰਕਟ ਹੈ ਇਹ ਖੇਤੀ ਦਾ ਸੰਕਟ ਹੈ ਜਾਂ ਕਿਸਾਨੀ ਦਾ ਸੰਕਟ ਹੈ। ਬਿਲਕੁਲ। ਉਹਨੇ ਰੇਹ ਸਪਰੇ ਵੱਧ ਪਾਲੀ, ਫਸਲ ਦੀ ਜਿਹੜੀ ਸੀਗੀ ਪੂਰਤੀ ਵੱਧ ਘੱਟ ਹੋ ਗਈ, ਕੁਆਲਿਟੀ ਮਾੜੀ ਚੰਗੀ ਹੋ ਗਈ, ਜਾਂ ਉਹਦੇ ਜ਼ਮੀਨ ਦੀ ਜਿਹੜੀ ਸੀਗੀ ਉਪਜਾਊ ਸ਼ਕਤੀ ਘੱਟ ਗਈ, ਪਾਣੀ ਘੱਟ ਗਿਆ, ਉਹਦਾ ਮੁੱਕ ਗਿਆ। ਜੀ। ਠੀਕ ਹੈ ਨਾ, ਵੀ ਇਹ ਕਿਸਾਨੀ ਦਾ ਸੰਕਟ ਹੈ। ਜੀ। ਹੌਲੀ ਹੌਲੀ ਲੱਗਣ ਲੱਗ ਗਿਆ ਵੀ ਪੂਰੀ ਖੇਤੀ ਦਾ ਸੰਕਟ ਆਉਣ ਲੱਗ ਗਿਆ ਜੀ ਇਹ। ਹਾਲਾਂਕਿ ਦੇਖ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਲਮੀ ਅਰਥਚਾਰੇ ਸਾਰੀ ਸੰਕਟ 'ਚ ਹੈ, ਖੇਤੀਬਾੜੀ ਵੀ ਉਹਦਾ ਇੱਕ ਪਾਰਟ ਹੈ, ਇਹ ਵੀ ਸੰਕਟ 'ਚ, ਆਲਰਾਊਂਡ ਦਾ ਵਰਡ ਹੀ ਇਹ ਚੀਜ਼ ਹੈਗੀ ਹੈ। ਭਾਰਤ ਵਿੱਚ ਕੀ ਹੋਇਆ ਦੇਖੋ, ਜ਼ਿਆਦਾ ਲੋਕ ਡਿਪੈਂਡ ਕਰਦੇ ਆ ਖੇਤੀਬਾੜੀ 'ਤੇ, ਉਹਨਾਂ ਦਾ ਜਿਹੜਾ ਜੀਵਨ ਨਿਰਬਾਹ ਖੇਤੀਬਾੜੀ 'ਤੇ ਆ। ਜੋ ਖੇਤੀਬਾੜੀ ਸੰਕਟ 'ਚ ਆਉਂਦੀ ਹੈ ਤਾਂ ਇਕੋਨਮੀ ਦਾ ਬਹੁਤ ਵੱਡਾ ਭਾਗ ਸੰਕਟ 'ਚ ਆ ਜਾਂਦਾ ਹੈ। ਠੀਕ ਹੈ, ਹੁਣ ਕੀ ਹੋ ਗਿਆ, ਹੁਣ ਕਈ ਲੋਕਾਂ ਨੂੰ ਸਮਝ ਆ ਗਈ ਇਸ ਗੱਲ ਦੀ ਕਿ ਖੇਤੀਬਾੜੀ ਦਾ ਸੰਕਟ ਨਹੀਂ, ਇਹ ਕਿਸਾਨੀ ਦਾ ਸੰਕਟ ਨਹੀਂ, ਇਹ ਤੁਹਾਡੀ ਇਕੋਨਮੀ ਦਾ ਸੰਕਟ ਨਹੀਂ, ਇਹ ਤੁਹਾਡੀ ਜਿਹੜੀ ਹੈਗੀ ਆ ਸੱਭਿਅਤਾ ਦਾ ਸੰਕਟ ਹੈ।
ਬਿਲਕੁਲ ਜਦੋਂ ਕਿਸਾਨ ਜੇ ਆਪਾਂ ਦੇਖੀਏ ਕਿ ਪਿਛਲੇ ਇਹ ਸਦੀ ਦੇ ਜਿਹੜੇ ਪਿਛਲੇ 2 ਦਹਾਕੇ ਆ ਜੀ ਆਫੀਸ਼ੀਅਲੀ ਡਾਟਾ ਵੀ 3 ਲੱਖ ਕਿਸਾਨ ਸੁਸਾਈਡ ਕਰ ਗਏ, ਆਤਮ ਹੱਤਿਆ ਕਰ ਗਏ। ਜੀ ਜੀ ਤੇ ਦੇਖੋ ਇਹ ਖਬਰਾਂ ਨਸ਼ਰ ਹੁੰਦੀਆਂ ਸੋਸ਼ਲ ਮੀਡੀਆ ਤੇ, ਅਖਬਾਰਾਂ ਤੇ, ਟੀਵੀ ਦੇ ਉੱਪਰ ਨਿੱਤ ਅਸੀਂ ਦੇਖਦੇ ਹਾਂ, ਕੋਈ ਸਲਫਾਸ ਖਾ ਗਿਆ, ਕੋਈ ਫਾਹਾ ਲੈ ਗਿਆ। ਤੇ ਜਿਹੜੀ ਸੁਸਾਇਟੀ ਆਪਣੀ ਸੀ ਉਹ ਇੰਨੀ ਕਿ ਇਨਸੈਂਸਿਟਿਵ ਰਹੀ ਆ ਪਿਛਲੇ ਸਮੇਂ 'ਚ ਕਿ ਜੇ ਕੋਈ ਬੰਦਾ ਆਪਾਂ ਰੋਟੀ ਖਾ ਰਹੇ ਹਾਂ ਤੇ ਟੀਵੀ 'ਤੇ ਖਬਰ ਆ ਗਈ ਕਿ ਦੇਖੋ ਕਿਸਾਨ ਨੇ ਕੀਤੀ ਆਤਮ ਹੱਤਿਆ, ਜੀ ਬਿਲਕੁਲ ਐਂਕਰ ਇਸ ਤਰ੍ਹਾਂ ਚਲਾ ਰਹੇ ਨੇ ਉਹਨੂੰ, ਜੀ ਤੇ ਉਹਦਾ ਕੀ ਪੈਦਾ ਕੀਤਾ ਅਨਾਜ, ਉਹਦਾ ਪੈਦਾ ਕੀਤਾ ਦੁੱਧ ਤੁਸੀਂ ਖਾ ਪੀ ਰਹੇ ਹੋ, ਫਲ ਖਾ ਰਹੇ ਹੋ, ਤੇ ਤੁਸੀਂ ਮਹਿਸੂਸ ਨਹੀਂ ਕਰ ਰਹੇ ਇਸ ਚੀਜ਼ ਨੂੰ ਬਿਲਕੁਲ ਕਿ ਜਿਹਦਾ ਪੈਦਾ ਕੀਤਾ ਤੁਸੀਂ ਖਾ ਰਹੇ ਹੋ, ਬਹੁਤ ਵੱਡੀ ਗੱਲ ਕਹੀ। ਉਹ ਮਰ ਗਿਆ, ਉਹਦੇ ਹਾਲਾਤ ਇਹੋ ਜਿਹੇ ਬਣ ਗਏ ਕਿ ਉਹਨੂੰ ਆਪਦੀ ਜਾਨ ਗਵਾਉਣੀ ਪਈ। ਸਭ ਤੋਂ ਕੀਮਤੀ ਚੀਜ਼ ਬੰਦੇ ਦੀ ਜਾਨ ਹੁੰਦੀ ਆ ਆਪਣੇ ਆਪ 'ਚ, ਉਹ ਗਵਾ ਰਿਹਾ। ਉਦੋਂ ਤੱਕ ਇਹ ਸੋਚਦੇ ਸੀ ਇਹ ਇਹਨਾਂ ਲੋਕਾਂ ਦਾ ਸੰਕਟ ਹੈ, ਕਿਸੇ ਨੂੰ ਇਹ ਲੱਗਦਾ ਸੀ ਵੀ ਇਹ ਸਹੀ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ, ਕਿਸੇ ਨੂੰ ਇਹ ਲੱਗਦਾ ਸੀ ਸਰਕਾਰਾਂ ਜ਼ਿੰਮੇਦਾਰ ਆ। ਬਿਲਕੁਲ ਇੰਨੇ ਇੰਨੇ ਇੰਸੈਂਸਿਟਿਵ ਹੋ ਕੇ ਅਸੀਂ ਇੱਥੋਂ ਲੰਘੇ ਆ। ਹੁਣ ਦੇਖੋ ਹੁਣ ਇਹ ਫੈਲ ਗਿਆ। ਹੁਣ ਕੀ ਹੋ ਗਿਆ, ਹੁਣ ਹਰੇਕ ਬੰਦਾ ਚਾਹੁੰਦਾ ਕਿ ਮੈਨੂੰ ਜਿਹੜੀ ਖੁਰਾਕ ਵਧੀਆ ਮਿਲ ਜੇ। ਜਿਹੜੀ ਗੱਲ ਤਾਂ ਮਹਿੰਗਾਈ 'ਚ ਖੁਰਾਕ ਉਹੀ ਨਹੀਂ ਮਿਲਦੀ, ਜੇ ਮਿਲਦੀ ਆ ਤਾਂ ਬਹੁਤ ਘਟੀਆ ਕੁਆਲਿਟੀ ਦੀ ਮਿਲਦੀ ਹੈ। ਠੀਕ ਆ, ਦੁੱਧ ਹੈ, ਡੇਅਰੀ ਪ੍ਰੋਡਕਟਸ ਨੇ, ਚਾਹੇ ਪੋਲਟਰੀ ਫਾਰਮ ਦਾ ਸਮਾਨ ਹੈ, ਫਲ ਨੇ, ਸਬਜ਼ੀਆਂ ਨੇ, ਅਨਾਜ ਹੈ, ਹਰੇਕ ਬੰਦਾ ਚਾਹੁੰਦਾ ਮੈਨੂੰ ਔਰਗੈਨਿਕ ਮਿਲ ਜੇ। ਜਿਹੜਾ ਅਫੋਰਡ ਕਰਦਾ ਉਹਦੀ ਗੱਲ ਕਰਦਾ ਮੈਂ, ਪਰ ਉਹ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਪੈਦਾ ਕਰ ਰਹੇ ਆ ਉਹ ਤਾਂ ਮਰ ਰਹੇ ਨੇ, ਫਾਹੇ ਲੈ ਰਹੇ ਨੇ, ਸੜਕਾਂ 'ਤੇ ਧਰਨੇ ਲਾ ਰਹੇ ਸੀ ਉਹ। ਤੇ ਤੁਸੀਂ ਹੁਣ ਦੇਖੋ ਸਾਰੀ ਦੀ ਸਾਰੀ ਸੁਸਾਇਟੀ, ਸਾਰੀ ਦੀ ਸਾਰੀ ਸੱਭਿਅਤਾ, ਚਾਹੇ ਉਹ ਵਾਤਾਵਰਨ ਨਾਲ ਸੰਬੰਧਿਤ ਹੈ, ਚਾਹੇ ਉਹਦੀ ਸਮਾਜਿਕ ਤਾਣੇ ਬਾਣੇ ਨਾਲ ਹੈ, ਚਾਹੇ ਕਿੱਤੇ ਨਾਲ ਆਰਥਿਕ ਤੌਰ 'ਤੇ ਆ, ਉਹ ਸਾਰੀ ਸੰਕਟ 'ਚ ਆ ਗਈ ਜੀ। ਸੋ ਆਹ ਜਿਹੜਾ ਹੁਣ ਵਰਤਾਰਾ ਸਾਡੇ ਸਾਹਮਣੇ ਵਾਪਰ ਰਿਹਾ, ਤੇ ਇਹਦਾ ਜਿਹੜਾ ਹੱਲ ਆ ਹੁਣ ਸਾਰਿਆਂ ਨੂੰ ਸਾਂਝੇ ਤੌਰ 'ਤੇ ਦੇਖਣਾ ਪਊਗਾ। ਜਿਸ ਤਰੀਕੇ ਨਾਲ ਤੁਸੀਂ ਸਾਰੀ ਗੱਲ ਦੱਸੀ, ਮੈਂ ਇਹਨੂੰ ਸੋਚ ਰਿਹਾ ਸੀ ਕਿ ਕਿਸ ਤਰੀਕੇ ਨਾਲ ਐਂਕਰ ਇਸ ਖਬਰ ਨੂੰ ਨਸ਼ਰ ਕਰਦੇ ਨੇ ਆਪਣੀ TRP ਲਈ, ਉਹ ਵੀ ਚਾਅ ਨਾਲ ਕਰ ਰਹੇ ਹੁੰਦੇ ਨੇ, ਤੇ ਸੁਣਨ ਵਾਲੇ ਸਿਰਫ ਇਹਨੂੰ ਸਰਸਰੀ ਖਬਰ ਸਮਝ ਕੇ ਸੁਣਦੇ ਜਾਂਦੇ ਨੇ, ਉਹਨਾਂ ਦੇ ਉੱਤੇ ਕੋਈ ਭਾਵਨਾਤਮਕ ਤੌਰ 'ਤੇ ਅਸਰ ਨਹੀਂ ਪੈਂਦਾ। ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਨੇ ਪੰਜਾਬ ਦੀ ਖੇਤੀ ਨੂੰ ਰਖੇਲ ਵਾਂਗੂ ਵਰਤਿਆ। ਰਖੇਲਾਂ ਦੇ ਮਰਨ ਦਾ, ਰਖੇਲਾਂ ਦੇ ਛੱਡਣ ਦਾ ਦੁੱਖ ਕਿਸੇ ਨੂੰ ਨਹੀਂ ਲੱਗਦਾ। ਅੱਜ ਭਾਰਤ ਇਸ ਰਖੇਲ ਨੂੰ ਛੱਡਣ ਦੇ ਕਿਨਾਰੇ ਦੇ ਉੱਤੇ ਆ। ਇਸ ਖੇਤੀ ਦਾ ਜਿਹੜਾ ਸੰਕਟ ਹੈ ਇਹ ਕਿਹਨੂੰ ਪ੍ਰਭਾਵਿਤ ਕਰ ਰਿਹਾ ਅੱਜ ਦੇ ਦੌਰ 'ਚ? ਦੇਖੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਨਾ ਕਿ ਕੁਝ ਸੂਬੇ ਸੀ ਜਿਨ੍ਹਾਂ ਨੂੰ ਚੁਣ ਲਿਆ ਗਿਆ ਇਸ ਕੰਮ ਲਈ, ਜਿਨ੍ਹਾਂ ਨੂੰ ਚੁਣ ਲਿਆ ਗਿਆ। ਫੋਰਡ ਫਾਊਂਡੇਸ਼ਨ ਦੇ ਵਿੱਚ ਇਹ ਚੀਜ਼ ਨੋਟਿੰਗ ਦੇ ਵਿੱਚ ਸੀ ਕਿ ਪੰਜਾਬ ਵਰਗੇ ਇਲਾਕੇ ਜਿੱਥੇ ਰੇਨਫਾਲ, ਮੀਂਹ ਦੀ ਜਿਹੜੀ ਹੈਗੀ ਆ ਮਾਤਰਾ ਥੋੜ੍ਹੀ ਹੈ, ਉੱਥੇ ਚਾਵਲ ਨਾ ਬੀਜੇ ਜਾਣ। ਇਹ ਗੱਲ ਉਹਨਾਂ ਨੂੰ ਕਹੀ ਗਈ ਸੀ। ਜ਼ਮੀਨ ਜ਼ਰਖੇਜ਼ ਸੀ, ਨਹਿਰੀ ਪਾਣੀ ਸੀ, ਹੋ ਸਕਦੀ ਸੀ। ਤਾਂ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦੇ ਨੇ ਕਿ ਦੇਖੋ ਵੱਡੇ ਹਿੱਤਾਂ ਲਈ ਛੋਟੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ। ਜੀ ਜੀ, ਯਾਨੀ ਕਿ ਦੇਸ਼ ਦੀਆਂ ਜਿਹੜੀਆਂ ਫੂਡ ਗ੍ਰੇਨਸ ਨੀਡਸ ਸੀ ਉਹਦੇ ਲਈ ਪੰਜਾਬ ਨੂੰ ਇਹ ਸੈਕਰੀਫਾਈ ਕਰਨਾ ਪਊਗਾ ਜੀ, ਆਪਦੀ ਜ਼ਮੀਨ 'ਤੇ, ਆਪਦੇ ਪਾਣੀ 'ਤੇ, ਜਿੱਥੇ ਪਤਾ ਵੀ ਤਬਾਹੀ ਆਊਗੀ ਬਾਅਦ 'ਚ, ਉੱਥੇ ਚਾਵਲ ਉਗਾਇਆ ਜਾਊਗਾ। ਤੋ ਐ ਹੋਇਆ। ਪੰਜਾਬ, ਹਰਿਆਣਾ, ਯੂਪੀ ਦੀ ਗੱਲ ਕੀਤੀ, ਠੀਕ ਆ, ਸਾਊਥ ਦੀਆਂ ਕੁਝ ਸਟੇਟਾਂ ਦੀ ਗੱਲ ਕਰਦੇ ਹਾਂ ਆਪਾਂ, ਤਾਂ ਇਹ ਵੱਧ ਪ੍ਰਭਾਵਿਤ ਹੋ ਗਏ ਕਿਉਂਕਿ ਦੇਖੋ ਇੱਕ ਤਾਂ ਇਨਕਮ ਜਿਹੜੀ ਸੀਗੀ ਉਹ ਘੱਟ ਇਹਦੇ 'ਚ ਖੇਤੀਬਾੜੀ 'ਚ। ਹੁਣ ਜਿਹੜੇ ਉਹਨਾਂ ਮੁੱਖ ਕਿੱਤੇ ਖੇਤੀਬਾੜੀ ਰਹਿ ਗਿਆ, ਇਨਕਮ ਕਨੀ ਉਹ ਸੂਬੇ ਪਛੜ ਗਏ ਜੀ। ਦੂਜਾ ਜਿਹੜਾ ਹੈਗਾ ਹੁਣ ਸੰਕਟ ਆ ਗਿਆ। ਹੁਣ ਸੰਕਟ ਦੇ ਵਿੱਚ ਕੀ ਹੈ, ਦੇਖੋ ਇਸ ਵਾਰ ਜਿਹੜਾ ਕਣਕ ਦਾ ਝਾੜ ਆ ਘਟ ਗਿਆ ਜੀ, ਬਿਲਕੁਲ 15 ਤੋਂ 20% ਝਾੜ ਘਟ ਗਿਆ। ਜਿਹੜੀ ਤੂੜੀ ਹੈ, ਮੰਨ ਲਓ ਯੂਕਰੇਨ ਵਾਰ ਸ਼ੁਰੂ ਹੋ ਗਈ ਰਸ਼ੀਆ ਨਾਲ, ਹੈ ਨਾ, ਇਹ ਗਰੰਟੀ ਨਹੀਂ ਕਿ ਬਾਹਰੋਂ ਅਨਾਜ ਮਿਲੂ ਕਿ ਨਾ ਮਿਲੂ, ਤੇਲ ਬੀਜ ਜਾਂ ਨਹੀਂ, ਕੋਈ ਗਰੰਟੀ ਨਹੀਂ ਹੈਗੀ ਕਿ ਵਾਰਡ ਦੇ ਵਿੱਚ ਕੋਈ ਵੀ ਚੇਂਜ ਆ ਸਕਦੀਆਂ ਨੇ। ਹਰ ਇੱਕ ਜਿਹੜਾ ਕੰਟਰੀ ਹੈ ਸਫੀਸ਼ੀਐਂਟ ਉਹ ਜਿਹੜੇ ਸਟਾਕ ਰੱਖਣ ਦੀ ਕੋਸ਼ਿਸ਼ ਕਰੂਗਾ। ਹੁਣ ਇੱਥੇ ਕਿ ਮਹਿੰਗਾਈ ਜ਼ਿਆਦਾ ਆਪਣੇ, ਠੀਕ ਹੈ, ਪਹਿਲਾਂ ਹੀ ਜਿਹੜਾ ਹੈਗਾ ਆਪਾਂ ਨੂੰ ਖੁਰਾਕ ਮਾੜੀ ਮਿਲ ਰਹੀ ਸੀ ਜੀ, ਠੀਕ ਹੈ। ਹੁਣ ਕੀ ਹੋ ਗਿਆ, ਝਾੜ ਘਟ ਗਏ, ਜਿਵੇਂ ਤੂੜੀ ਦੇ ਰੇਟ ਵੱਧ ਗਏ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵਿਤ ਕਿਵੇਂ ਹੋਣਗੇ? ਜਿਹੜੇ ਲੋਕ ਜਮਾਂ ਪੌੜੀ ਦੇ ਹੇਠਲੇ ਡੰਡੇ 'ਤੇ ਆ, ਬਿਲਕੁਲ ਜੀ, ਉਹਨਾਂ ਲਈ ਸਰਵਾਈਵਲ ਔਖਾ ਹੋ ਗਿਆ। ਇਹ ਸੱਚਾਈ ਹੈ। ਕੰਪਰੋ ਪਹਿਲਾਂ ਹੀ ਕਰ ਰਹੀ ਸੀ ਉਹ ਸਮਝੌਤਾ ਦਾ ਆਪਦੀ ਸਿਹਤ ਨਾਲ, ਆਪਦੇ ਬੱਚਿਆਂ ਦੇ ਖੁਰਾਕ ਪਾਣੀ ਨਾਲ, ਠੀਕ ਹੈ। ਤਾਂ ਇੱਕ ਤਾਂ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਜਿਹੜਾ ਮਜ਼ਦੂਰ ਵਰਗ ਹੈ, ਛੋਟਾ ਕਿਸਾਨ ਹੈ, ਛੋਟਾ ਦੁਕਾਨਦਾਰ ਹੈ, ਜਿਹਨੇ ਸਮਾਨ ਲੈ ਕੇ ਮੁੱਲ ਖਾਣਾ ਹੈ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਊਗਾ ਇਹਦੇ ਨਾਲ। ਇਹ ਤਾਂ ਅਸੀਂ ਦੇਖੋ ਨਿੱਜੀ ਤੌਰ 'ਤੇ ਆਪਾਂ ਦੇਖੀਏ
ਓਵਰਆਲ ਇਕਨੋਮੀ ਕਿਵੇਂ ਪ੍ਰਭਾਵਿਤ ਹੁੰਦੀ ਹੈ ਨਾ। ਹੁਣ 60% ਲੋਕ 13 ਮਸਰ ਨਾਲ ਗੁਜ਼ਾਰਾ ਕਰ ਰਹੇ ਨੇ, ਤਾਂ ਇੱਕ ਸਮਾਜਿਕ ਪਾੜਾ ਵਧੂਗਾ ਉਹਨਾਂ 'ਚ ਜਿਹੜੀ ਹੈਗੀ ਹੈ ਹੈ ਨਾ, ਸੈਟੀਸਫਿਕੇਸ਼ਨ ਨਹੀਂ ਆਊਗੀ ਉਹਨਾਂ ਨੂੰ। ਉਹ ਇਹ ਸੋਚਣਗੇ ਵੀ ਆ ਦੂਜੇ ਲੋਕ ਵਧੀਆ ਗੁਜ਼ਾਰਾ ਕਰ ਰਹੇ ਆ, ਸਾਡੇ ਕੋਲ ਕਿਉਂ ਨਹੀਂ ਹੈ, ਤਾਂ ਸੋਸ਼ਲ ਪਾੜਾ ਵਧੂਗਾ। ਇੱਕ ਰਾਜਨੀਤਿਕ ਜਿਹੜੀ ਹੈਗੀ ਆ ਅਸਥਿਰਤਾ ਆਊਗੀ ਇੱਥੇ, ਇਹ ਆ ਰਹੀ ਹੈ ਆਪਣੀ ਜੀ। ਜਿਹੜਾ ਇੰਨੇ ਅੰਦੋਲਨ ਇੰਨੀ ਮੂਵਮੈਂਟ ਜਿਹੜੀ ਖੜੀਆਂ ਹੋ ਰਹੀਆਂ ਨੇ, ਉਹਦਾ ਕਾਰਨ ਹੈ ਇੱਕ ਇਹ ਕਿ ਪਾੜਾ ਬਹੁਤ ਵੱਡਾ ਬਣ ਗਿਆ ਨਾ। ਜਿਹੜੇ ਰਾਜਨੀਤਿਕ ਸਮੀਕਰਨ ਨੇ, ਦੇਖੋ ਜਿਵੇਂ ਕੇਂਦਰ ਦੇ ਨਾਲ ਜਿਹੜਾ ਵਤੀਰਾ ਕੇਂਦਰ ਦਾ ਹੁਣ ਉਹ ਕੀ ਹੈਗਾ, ਉਹ ਹੈਗਾ ਰਾਸ਼ਟਰਵਾਦੀ। ਬਿਲਕੁਲ ਰਾਸ਼ਟਰਵਾਦੀ ਦਾ ਵੀ ਕੀ ਹੈ, ਚਲੋ ਠੀਕ ਹੈ, ਇੱਕ ਦੇਸ਼ ਆ ਉਹਦੀ ਇੱਕ ਰਾਸ਼ਟਰੀ ਭਾਵਨਾ ਹੋ ਸਕਦੀ ਹੈ। ਕੇਂਦਰੀਕਰਨ ਹੈ, ਕੇਂਦਰੀਕਰਨ ਕਿਹੜੀ ਕੀਮਤ 'ਤੇ ਹੈ? ਹੁਣ ਦੇਖੋ ਇੱਕ ਡਿਵਰਸਿਟੀ ਹੈ, ਇੱਕ ਫੁੱਲਾਂ ਦਾ ਬਾਗ ਹੈ, ਉਹ 'ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਨੇ। ਬਿਲਕੁਲ ਉਹ ਕਹਿੰਦੇ ਨਹੀਂ, ਅਸੀਂ ਸਾਰਾ ਕੇਂਦਰੀ ਜਿਹੜਾ ਹੈਗਾ ਸੰਦਰਭ ਦੇ ਵਿੱਚ ਹੀ ਦੇਖਾਂਗੇ, ਅਤੇ ਜਿੱਥੇ ਸਾਨੂੰ ਦੂਜੇ ਵੈਰਾਈਟੀ ਉਹ ਮਿਟਾਉਣੀ ਪਈ ਜਾਂ ਖ਼ਤਮ ਕਰਨੀ ਪਈ ਤਾਂ ਉਹ ਅਸੀਂ ਕਰਾਂਗੇ। ਇਹ ਵਰਤਾਰਾ ਜਿਹੜਾ ਹੁਣ ਆਪਣੇ ਚੱਲ ਰਿਹਾ ਇੰਡੀਆ ਦੇ ਵਿੱਚ ਇਸ ਟਾਈਮ ਹੈ ਨਾ। ਹੁਣ ਜਿਹੜੀਆਂ ਸਟੇਟਾਂ ਇਸ ਸੰਕਟ ਦੇ ਵਿੱਚ ਘਿਰੀਆਂ ਹੋਈਆਂ, ਜਿਵੇਂ ਪੰਜਾਬ ਦੀ ਗੱਲ ਕਰਦੇ ਹਾਂ, 3 ਲੱਖ ਕਰੋੜ ਦਾ ਕਰਜ਼ਾ ਹੈ। ਬਿਲਕੁਲ ਖੇਤੀਬਾੜੀ ਸਟੇਟ ਹੈ। ਖੇਤੀਬਾੜੀ ਸਟੇਟ ਹੋਣ ਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਇੰਡਸਟਰੀ ਆ, ਮੈਨੂਫੈਕਚਰਿੰਗ ਆ, ਸਰਵਿਸ ਸੈਕਟਰ ਆ, ਉਹਦੇ ਵਿੱਚ ਜਿਹੜੀ ਇਨਕਮ ਘੱਟ ਹੈ, ਤੁਹਾਡਾ GST ਵੀ ਘੱਟ ਹੋਊਗਾ, ਤੁਹਾਨੂੰ ਜਿਹੜੀ ਸੈਂਟਰ ਤੋਂ ਕੋਈ ਮਦਦ ਮਿਲਣੀ ਉਹ ਵੀ ਘੱਟ ਮਿਲੂਗੀ। ਬਿਲਕੁਲ ਤਾਂ ਤੁਸੀਂ ਜਿਹੜਾ ਹੈ ਤੁਹਾਡੇ ਜਿਹੜੇ ਇਨਫਰਾਸਟਰਕਚਰ ਹੈ ਜਾਂ ਸੋਸ਼ਲ ਸਿਕਿਉਰਿਟੀ ਨੇ ਜਾਂ ਇਨਫਰਾਸਟਰਕਚਰ ਦੇ ਵਿੱਚ ਜਿਵੇਂ ਸਕੂਲ ਕਾਲਜ, ਤੁਹਾਡੀਆਂ ਯੂਨੀਵਰਸਿਟੀਜ਼, ਤੁਹਾਡੀ ਜਿਹੜੀਆਂ ਸੜਕਾਂ ਨੇ, ਤੁਹਾਡੀਆਂ ਬੁਨਿਆਦੀ ਸਹੂਲਤਾਂ ਨੇ, ਪਾਣੀ ਹੈ, ਠੀਕ ਹੈ, ਸਿਹਤ ਸਹੂਲਤਾਂ ਨੇ, ਤਾਂ ਉਹ ਵੀ ਪ੍ਰਭਾਵਿਤ ਹੋਣਗੀਆਂ। ਤੁਹਾਡੀ ਇਨਕਮ ਘੱਟ ਹੈ, ਤੁਸੀਂ ਸੈਂਟਰ 'ਤੇ ਡਿਪੈਂਡ ਕਰਦੇ ਹੋ, ਤਾਂ ਜਿਹੜੇ ਸੂਬੇ ਇਸ ਤਰ੍ਹਾਂ ਪਛੜ ਗਏ ਜਾਂ ਉਹ ਖੇਤੀਬਾੜੀ ਦੀ ਇੱਕ ਬਸਤੀ ਬਣ ਕੇ ਰਹਿ ਗਏ ਭਾਰਤ ਲਈ, ਤਾਂ ਉਹਨਾਂ ਲਈ ਇਹ ਜਿਹੜਾ ਬਹੁਤ ਸੰਕਟ ਦੀ ਘੜੀ ਹੋਊਗੀ ਨਾ। ਬਿਲਕੁਲ ਜੀ। ਅਗਲੇ ਸਵਾਲ ਵੱਲ ਚੱਲਣ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇੱਕ ਗੱਲ ਚੱਲਦੀ ਹੈ ਕਿ ਬਹੁਤੇ ਜਿਹੜੇ ਨਾਅਰੇ ਮਾਰਨ ਵਾਲੇ ਲੋਕ ਨੇ, ਮੈਂ ਕਿਸਾਨ ਵੀਰਾਂ ਨੂੰ ਵੀ ਕਹਿੰਦਾ, ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਵੀ ਕਹਿੰਦਾ, ਆਗੂਆਂ ਨੂੰ ਵੀ ਕਹਿੰਦਾ, ਲੀਡਰਾਂ ਨੂੰ ਵੀ ਕਹਿੰਦਾ, ਵਿਦਵਾਨਾਂ ਨੂੰ ਵੀ ਕਹਿੰਦਾ, ਮੈਂ ਸਾਰੇ ਉਸ ਵਰਗ ਨੂੰ ਕਹਿੰਦਾ ਜਿਹੜਾ ਸਿਰ ਦੇ ਉੱਤੇ ਐਂ ਕਹਿ ਲਓ ਜਾਂ ਧੌਣ ਦੇ ਉੱਤੇ ਸਿਰ ਰੱਖ ਕੇ ਤੁਰਦਾ ਹੈ। ਸਾਰਿਆਂ ਨੂੰ ਮੇਰਾ ਸਵਾਲ ਹੈ ਕਿ ਜਿਹੜੀ ਸਵਾਮੀਨਾਥਨ ਰਿਪੋਰਟ ਹੈ, ਇਹਦਾ ਰੌਲਾ ਤਾਂ ਮੈਂ ਵੀ ਨਾਅਰਾ ਮਾਰ ਕੇ ਦੇ ਦਿੰਦਾ ਵੀ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਓ, ਪਰ ਥੋੜ੍ਹਾ ਜਿਹਾ ਤੁਸੀਂ ਐਕਸਪਲੇਨ ਕਰ ਦਿਓ ਕਿ ਇਹ ਰਿਪੋਰਟ ਕਹਿੰਦੀ ਕੀ ਹੈ, ਫਿਰ ਇਸ ਤੋਂ ਬਾਅਦ ਅਸੀਂ ਅਗਲੇ ਮਾਡਲ ਦੀ ਗੱਲ ਕਰਾਂਗੇ। ਦੇਖੋ ਸਵਾਮੀਨਾਥਨ ਰਿਪੋਰਟ, MS ਸਵਾਮੀਨਾਥਨ ਸਾਡੇ ਖੇਤੀਬਾੜੀ ਵਿਗਿਆਨੀ ਸਨ ਜੀ, ਅਤੇ ਹਰੀਕੰਥ ਦੇ ਵਿੱਚ ਉਹਨਾਂ ਦਾ ਬਹੁਤ ਜਿਹੜਾ ਹੈ ਅਹਿਮ ਰੋਲ ਰਿਹਾ, ਜਿਹੜੀ ਉਹਨਾਂ ਨੇ ਇੰਪਲੀਮੈਂਟ ਕੀਤੀ ਇੰਡੀਆ ਦੇ ਵਿੱਚ। ਬਿਲਕੁਲ ਦੇਖੋ ਫੂਡ ਗ੍ਰੇਨਸ ਨੀਡ ਸੀਗੀਆਂ, ਗਰੀਬਾਂ ਲਈ ਖਾਣੇ ਦੀ ਅਨਾਜ ਦੀ ਲੋੜ ਸੀਗੀ, ਅਤੇ ਚਲੋ ਉਹਦਾ ਪ੍ਰੋਡਕਸ਼ਨ ਵਧਾਉਣੀ ਜ਼ਰੂਰੀ ਸੀ, ਇਹਦੇ 'ਚ ਕੋਈ ਦੋ ਰਾਇਆ ਨਹੀਂ। MS ਸਵਾਮੀਨਾਥਨ ਦੀ ਰਿਪੋਰਟ ਨੂੰ ਅਸੀਂ ਸਿਰਫ ਬਹੁਤੇ ਲੋਕ ਹੀ ਜਾਣਦੇ, ਉਹਨੂੰ MSP ਨਾਲ ਜੋੜ ਕੇ ਦੇਖਦੇ ਜੀ। ਸਵਾਮੀਨਾਥਨ ਰਿਪੋਰਟ ਦਾ ਮਤਲਬ ਜਿਹੜੀਆਂ ਨਿਊਨਤਮ ਮੁੱਲ ਨੇ ਫਸਲਾਂ ਦੇ, ਉਹ ਤੈਅ ਕਰਨਾ ਜੋੜ ਕੇ ਦੇਖਿਆ ਜੀ। ਉਹਦੇ 'ਚ ਉਹ ਮੈਂ ਦੱਸ ਦਿੰਦਾ ਉਹ 'ਚ ਕੀ ਕਹਿੰਦਾ। ਉਹਦੇ 'ਚ ਉਹਨਾਂ ਨੇ ਦਿੱਤੀਆਂ ਨੇ ਵੀ ਲਾਗਤਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਹੈ ਨਾ, A ਕੈਟਾਗਰੀ ਆ, C ਕੈਟਾਗਰੀ, ਵੀ ਕਿਹੜੀਆਂ ਲਾਗਤਾਂ ਜੋੜ ਕੇ ਪਲੱਸ ਉਹਦਾ 50%, 100% ਜਾਂ 200%, ਵੀ ਇਸ ਫਾਰਮੂਲੇ ਦੇ ਨਾਲ ਜਿਹੜਾ ਖੇਤੀਬਾੜੀ ਅਤੇ ਲਾਗਤਾਂ ਯੋਗ ਕਮਿਸ਼ਨ ਹੈ, ਜਿਹੜਾ MSP ਦੇ ਰੇਟ ਤੈਅ ਕਰਦਾ, ਵੀ ਉਹ ਇਸ ਤਰ੍ਹਾਂ ਲਾਗਤਾਂ ਦਾ ਜੋੜ ਕਰਕੇ ਆਹ ਲਾਗਤਾਂ ਜੋੜ ਲਏ ਜੀ, ਉਹਦੇ 'ਚ ਇੰਨਾ ਨਫਾ ਦੇ ਦੇ। ਤਾਂ ਕਰਕੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਜਿਹੜੀ ਸਪਲਾਈ ਹੈਗੀ ਹੈ ਜ਼ਰੂਰੀ ਵਸਤਾਂ ਦੀ, ਉਹ ਲਗਾਤਾਰ ਕਰਦੇ ਰਹਿਣ ਜੀ, ਜਿਹੜਾ ਮਾਰਕੀਟ ਇੰਬੈਲੈਂਸ ਆਉਂਦਾ ਉਹ ਨਾ ਆਵੇ। ਪਰ ਇਹ ਇੱਕ ਗੱਲ ਹੈ ਸਵਾਮੀਨਾਥਨ ਰਿਪੋਰਟ ਦੀ, ਇਹ ਸਿਰਫ ਇੱਕ ਗੱਲ ਹੈ, ਇੱਕ ਤਜਵੀਜ਼ ਆ, ਜਿਹੜੀ ਉਹ ਰਿਪੋਰਟ 350-400 ਪੇਜਾਂ ਦੀ ਹੈ, ਉਹਦੇ ਵਿੱਚ ਅਸੀਂ ਇੱਕ ਚੀਜ਼ ਜਾਣਦੇ ਹਾਂ, MSP। ਬਿਲਕੁਲ ਨਹੀਂ, ਇਹ ਇੱਥੇ ਗਲਤ ਹੋ ਜਾਂਦਾ ਕੰਮ। MSP ਆਪਾਂ ਠੀਕ ਹੈ, ਚਲੋ ਇੱਕ ਮੁੱਦਾ ਹੈਗਾ, ਪਰ ਜਿਹੜੇ ਹੋਰ ਤਜਵੀਜ਼ਾਂ ਨੇ ਸਵਾਮੀਨਾਥਨ ਦੀਆਂ, ਹਾਂ ਬਿਲਕੁਲ ਠੀਕ ਹੈ ਨਾ, ਉਹਨੂੰ ਜੇ ਚਾਹੇ ਉਹ ਖੇਤੀਬਾੜੀ ਸੁਧਾਰ ਸੀ ਜਾਂ ਜਿਹੜੇ ਆਪਾਂ ਇੰਸਟੀਟਿਊਸ਼ਨਲ ਜਿਹੜੇ ਰਿਫਾਰਮਸ ਕਹਿ ਦਿੰਦੇ ਆ, ਵੀ ਖੇਤੀ ਜਿਵੇਂ ਲੈਂਡ ਸੀਲਿੰਗ ਐਕਟ ਸੀ, ਜਿਹੜੇ ਬੰਦੇ ਠੇਕੇ 'ਤੇ ਵਾਹਨ ਲੈਂਦੇ ਨੇ ਉਹਨਾਂ ਦੇ ਹਿੱਤਾਂ ਦੀ ਰਾਖੀ ਸੀ, ਠੀਕ ਆ, ਜਿਹੜੀਆਂ ਜੋਤਾਂ ਨੇ ਉਹਨਾਂ ਦੀ ਮੁਰੱਬੇਬੰਦੀ, ਜਿਵੇਂ ਕਿਸੇ ਦੇ 5 ਕਿੱਲੇ ਵਾਹਣ ਢਾਈ ਇੱਥੇ, ਢਾਈ ਉੱਥੇ, 2 ਇੱਥੇ, 2 ਇੱਥੇ, 1 ਉੱਥੇ, ਉਹਨੂੰ ਇਕੱਠਾ ਕਰਨਾ, ਠੀਕ ਹੈ ਨਾ। ਜਿਵੇਂ ਕੋਆਪਰੇਟਿਵ ਸੁਸਾਇਟੀ ਸੀ, ਇਹਨੂੰ ਰੀਆਰਗਨਾਈਜ਼ ਕਰਨਾ ਇਹਨਾਂ ਨੂੰ ਜੀ, ਹੈ ਨਾ। ਜਾਣੀ ਕਿ ਉਹ ਕਾਫੀ ਮੁੱਦੇ ਸੀਗੇ, ਹੈ ਨਾ। ਜਿਹੜੇ ਹੋਰ ਸੀ ਇਰੀਗੇਸ਼ਨ ਪ੍ਰੋਜੈਕਟ ਹੈ ਜਿਹੜੇ ਉਹਨਾਂ ਦਾ, ਹੈ ਨਾ, ਡਰਾਈ ਫਾਰਮਿੰਗ ਹੈ, ਵੀ ਸਵਾਮੀਨਾਥਨ ਰਿਪੋਰਟ ਇੱਕ ਵੱਡਾ ਪ੍ਰੋਜੈਕਟ ਸੀ ਜੀ, ਪਰ ਉਹ ਸਰਕਾਰਾਂ ਨੇ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਉਹਦੇ ਵੋਟਾਂ ਲੈ ਲੈਂਦੇ ਨੇ। ਬਿਲਕੁਲ। ਅਤੇ MSP ਵਾਲਾ ਮੁੱਦਾ ਵੀ ਹੱਲ ਨਹੀਂ ਹੋਇਆ ਵੀ ਉਹਦੇ 'ਤੇ, ਦੂਜੇ ਤਾਂ ਹੋਣੀ ਕੀ ਸੀ। ਬਿਲਕੁਲ
ਸੋ ਉਹ ਤਾਂ ਇੱਕ ਤਰ੍ਹਾਂ ਦਾ ਹੁਣ ਜਿਹੜਾ ਹੈ ਵੀ ਉਹ ਇੱਕ ਮੁੱਦਾ ਬਣ ਗਿਆ, ਜਦੋਂ ਜਿਹਨੂੰ ਲੋੜ ਹੁੰਦੀ ਹੈ ਵੋਟਾਂ ਲੈਣ ਵੇਲੇ ਉਹਨੂੰ ਵਰਤ ਲੈਂਦਾ ਉਹ। ਅਗਲਾ ਸਵਾਲ ਇਹ ਹੈ, ਧੀ ਪੁੱਤਾਂ ਨਾਲੋਂ ਵੱਧ ਪਿਆਰੀ ਸਲਫਾਸ ਦੀ ਗੋਲੀ ਹੋ ਗਈ ਹੈ, ਉਹ ਹਰ ਵਕਤ ਜੇਬ ਵਿੱਚ ਹੁੰਦੀ ਹੈ। ਇੱਕ ਰੱਸਾ ਪੱਕੇ ਤੌਰ ਦੇ ਉੱਤੇ ਖੇਤ ਰੱਖਤਾ ਟਾਹਲੀ ਕੋਲੇ, ਜੇ ਜ਼ਰੂਰਤ ਪੈ ਜੇ ਤਾਂ ਕਿਸਾਨ ਫਾਹਾ ਲੈ ਲੈਂਦਾ ਹੈ। ਤੁਸੀਂ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਬਣੀਆਂ ਹੈ, ਇਹਨਾਂ ਨੂੰ ਕਿਹੜੇ ਮਾਡਲ ਵਿੱਚੋਂ ਖੇਤੀ ਦੇ ਵਿੱਚੋਂ ਇਸ ਨੂੰ ਪਾਰ ਪਾਉਂਦੇ ਵੇਖਦੇ ਆ, ਜਾਂ ਕੋਈ ਇਦਾਂ ਦਾ ਮਾਡਲ ਹੈ ਹੀ ਨਹੀਂ ਕਿ ਕਿਸਾਨੀ ਹੁਣ ਪਾਰ ਪਾ ਸਕਦੀ ਹੈ? ਕਿਵੇਂ ਦੇਖਦੇ ਹੋ? ਦੇਖੋ, ਜਿਹੜੀ ਫਾਰਮਿੰਗ ਹੈ ਨਾ, ਕ੍ਰੌਪਸ ਦੀ ਜਿਹੜੀ ਪ੍ਰੋਡਕਸ਼ਨ ਹੈ, ਇਹ ਜ਼ਿੰਦਗੀ ਦਾ ਦੇਖੋ ਮੁੱਢ ਹੈ। ਬਿਲਕੁਲ। ਚਾਹੇ ਉਹ ਅਲਾਈਡ ਜਿਹੜਾ ਸੈਕਟਰ ਹੈ, ਡੇਅਰੀ ਫਾਰਮਿੰਗ ਹੈ, ਸਿੱਧੀਆਂ ਫਸਲਾਂ ਉਗਾਉਣੀਆਂ, ਸਬਜ਼ੀਆਂ ਨੇ, ਫਲ ਨੇ, ਠੀਕ ਹੈ, ਚਾਹੇ ਪੋਲਟਰੀ ਫਾਰਮਿੰਗ ਹੈ ਜਾਂ ਕੁਛ ਹੋਰ ਹੈ, ਜਿਹੜਾ ਜਿਵੇਂ ਫਿਸ਼ਰੀ ਹੋ ਗਈ, ਕਾਫੀ ਪਾਰਟ ਜੁੜ ਗਏ ਇਹਦੇ ਵਿੱਚ। ਦੇਖੋ, ਆਪਾਂ ਇਹਦੇ ਬਿਨਾਂ ਤਾਂ ਗੁਜ਼ਾਰਾ ਹੋ ਨਹੀਂ ਸਕਦਾ। ਬਿਲਕੁਲ। ਇਹਦੇ ਲਈ ਕੋਈ ਨਾ ਕੋਈ ਮਾਡਲ ਤੁਹਾਨੂੰ ਜਿਹੜਾ ਹੈ ਉਹ ਸਟੈਬਲਿਸ਼ ਕਰਨਾ ਪਊਗਾ। ਸਮੱਸਿਆ ਇੱਥੇ ਹੀ ਹੈ। ਦੇਖੋ, ਜਿਹੜਾ ਇਹ ਮਾਡਲ ਹੈ, ਜਿਹਨੂੰ ਹਰੀ ਕ੍ਰਾਂਤੀ ਮਾਡਲ ਕਹਿ ਕੇ ਪਲੱਸ ਮੰਡੀ ਮਾਡਲ, ਹਾਂਜੀ, ਮੈਂ ਸ਼ਬਦ ਵਰਤੂੰਗਾ ਕਿ ਸਮੱਸਿਆ ਉੱਥੇ ਆਈ। ਸਮੱਸਿਆ ਇੱਥੇ ਨਹੀਂ ਆਈ ਕਿ ਉਹਨੇ ਫੂਡ ਗ੍ਰੇਨਸ ਦੀ ਪੈਦਾਵਾਰ ਵਧਾਤੀ। ਭਾਰਤ 'ਚ ਹਜੇ ਵੀ 40% ਬੱਚੇ ਕੁਪੋਸ਼ਣ ਦਾ ਸ਼ਿਕਾਰ ਨੇ, 70% ਔਰਤਾਂ ਹਜੇ ਵੀ ਖੂਨ ਦੀ ਕਮੀ ਦਾ ਸ਼ਿਕਾਰ ਨੇ। ਭੁੱਖਮਰੀ ਭਾਰਤ ਵਿੱਚ ਹਜੇ ਬਹੁਤ ਹੈ। ਵਾਧੂ ਪੈਦਾਵਾਰ ਕਿੱਥੋਂ ਹੋਊਗੀ? ਵਾਧੂ ਪੈਦਾਵਾਰ ਤਾਂ ਹੋ ਜੇ ਨਾ ਜੇ ਸਾਰੇ ਰੱਜ ਲੈਣ। ਹਾਂ, ਬਿਲਕੁਲ। ਫਿਰ ਆਪਾਂ ਕਹਿੰਦੇ ਕੋਲ ਪੈਦਾਵਾਰ ਵੱਧ ਗਈ, ਗੈਪ ਕਿੱਥੇ ਰਹਿ ਗਿਆ ਜਸਵਿੰਦਰ? ਕਿ ਜਿਹੜੀ ਮੰਡੀ ਹੈ, ਮੰਡੀ ਨੂੰ ਸਿਰਫ ਮੁਨਾਫਾ ਚਾਹੀਦਾ। ਬਿਲਕੁਲ। ਉਹਨਾਂ ਨੂੰ ਪ੍ਰੋਫਿਟ ਚਾਹੀਦਾ, ਪੈਸਾ ਚਾਹੀਦਾ ਹਰੇਕ ਚੀਜ਼ 'ਚੋਂ, ਭਾਵੇਂ ਸਾਰੇ ਦੇ ਸਾਰੇ ਲੋਕ ਬਿਮਾਰ ਹੋ ਜਾਣ, ਸਾਰੇ ਦੇ ਸਾਰੇ ਕਿਸਾਨ ਫਾਹੇ ਲਈ ਜਾਣ, ਸਾਰੇ ਦੇ ਸਾਰੇ ਜਿਹੜੇ ਗਾਹਕ ਨੇ ਉਹ ਭੁੱਖ ਨਾਲ ਤੜਫੀ ਜਾਣ। ਇੱਕ ਤਾਂ ਹਰੀ ਕ੍ਰਾਂਤੀ ਮਾਡਲ ਆਇਆ ਇਹਨਾਂ ਨੇ, ਜਿੱਥੇ ਉਹਦੇ ਵਿੱਚ ਉਹਨਾਂ ਨੇ ਰੇਹਾਂ ਸਪਰੇਆਂ ਉਹ ਇਸ ਤਰ੍ਹਾਂ ਯੂਜ਼ ਕੀਤਾ, ਉਹਦੀ ਕੰਪੋਜੀਸ਼ਨ, ਕਿ ਉਹਦਾ ਕੋਈ ਭਵਿੱਖ ਨਹੀਂ ਸੀ। ਜਿੱਥੇ ਜਿਹੜੀ ਫਸਲ ਨਹੀਂ ਹੋ ਸਕਦੀ ਸੀ ਜਾਂ ਨਹੀਂ ਬੀਜਣੀ ਚਾਹੀਦੀ ਸੀ, ਉੱਥੇ ਵੀ ਉਹ ਬੀਜਤੀ। ਠੀਕ ਹੈ, ਕਿੰਨੀਆਂ ਲੋੜਾਂ ਨੇ ਨਹੀਂ ਦੇਖਿਆ ਗਿਆ। ਉਹ ਹਰੀ ਕ੍ਰਾਂਤੀ ਜਿਹੜੀ ਸੀਗੀ ਕੁਝ ਕੁ ਕਿਸਾਨਾਂ ਤੱਕ, ਕੁਝ ਕੁ ਸਟੇਟਾਂ ਤੱਕ ਅਤੇ ਕੁਝ ਕੁ ਫਸਲਾਂ ਤੱਕ ਸੀਮਿਤ ਹੋ ਗਈ। ਜੇ ਆਪਾਂ ਕਹਿੰਦੇ ਹਾਂ ਕਿ ਇੱਕ ਕਿਸਾਨ ਕਰਜ਼ੇ ਜਨਮ ਲੈਂਦਾ, ਕਰਜ਼ੇ ਜੀ ਜਿਉਂਦਾ, ਕਰਜ਼ੇ ਜੀ ਮਰ ਜਾਂਦਾ, ਅਤੇ ਕਰਜ਼ੇ ਦੀ ਉਹ ਗਾਂਹ ਵਸੀਅਤ ਕਰ ਜਾਂਦਾ ਅਗਲੀ ਪੀੜ੍ਹੀ ਦੇ ਨਾਂ, ਵੀ ਲੈ ਹੁਣ ਮੈਂ ਕਰਜ਼ ਚੁਕਾ ਕੇ ਦੂਆ ਦੇ ਪਿੱਤਲਾਂ ਦਾ ਕਰਜ਼ ਤੂੰ ਦੇਣਾ। ਇਹ ਇਸ ਤਰ੍ਹਾਂ ਦਾ ਮਾਡਲ ਜਿਹੜਾ ਹੈ ਉਹ ਸਸਟੇਨੇਬਲ ਨਹੀਂ ਹੈ, ਇਹਨੂੰ ਮੰਨ ਲੈਣ। ਜੇ ਉਹ ਪੈਦਾ ਕਰਨ ਵਾਲੇ ਲੋਕ ਇਸ ਤਰ੍ਹਾਂ ਇਹਨਾਂ ਹਾਲਤਾਂ 'ਚ ਜਾਣਗੇ ਤਾਂ ਤੁਸੀਂ ਉਹਨਾਂ ਦੇ ਪੈਦਾ ਕੀਤੀ ਹੋਈ ਖੁਰਾਕ ਦੇ ਸਿਰ 'ਤੇ ਕੋਈ ਬਹੁਤਾ ਸੋਹਣਾ ਸੁਚੱਜਾ ਜੀਵਨ ਨਹੀਂ ਜਿਉ ਸਕਦੇ। ਠੀਕ ਆ, ਫਿਰ ਇਹਦੇ ਮਾਡਲ ਦੀ ਗੱਲ ਕਰੀਏ, ਜਿਹਨੂੰ ਮੈਂ ਸਮਝਦਾ ਆਪਦੀ ਸਮਝ ਮੁਤਾਬਕ, ਦੇਖੋ ਜਾਂ ਤਾਂ ਇੱਕ ਜਿਹੜਾ ਮਾਡਲ ਹੁਣ ਚੱਲ ਰਿਹਾ ਇਹ ਆਪਣੇ ਸਾਹਮਣੇ ਆ, ਛੋਟੀ ਕਿਸਾਨੀ ਹੈ, ਵੱਡੀ ਕਿਸਾਨੀ ਹੈ, ਮੱਧ ਕਿਸਾਨੀ ਹੈ, ਮੰਡੀ ਮਾਡਲ ਹੈ। ਹਾਂ, ਜ਼ਮੀਨਾਂ ਵੇਚੀ ਜਾਂਦਾ ਹੈ, ਕੋਈ ਲਈ ਜਾਂਦਾ ਹੈ, ਕੋਈ ਫਾਹੇ ਲਈ ਜਾਂਦਾ ਹੈ, ਕੋਈ ਜਿਹੜਾ ਹੈ ਪ੍ਰੋਪਰਟੀ ਹੋਰ ਵਾਧਾ ਕਰੀ ਜਾਂਦਾ ਹੈ। ਦੂਜਾ ਮਾਡਲ ਹੈਗਾ ਜਿਹੜਾ ਸਰਕਾਰ ਲੈ ਕੇ ਆਈ, ਕਾਰਪੋਰੇਟ ਮਾਡਲ, ਵੀ ਸੋ ਤੋਂ ਨਹੀਂ ਹੁੰਦੀ ਤੁਸੀਂ ਛੱਡ ਦਿਓ ਜ਼ਮੀਨਾਂ, ਸਾਨੂੰ ਦੇ ਦਿਓ, ਅਸੀਂ ਆਪੇ ਕਰ ਦਿਆਂਗੇ। ਅਡਾਨੀ ਬਾਨੀ ਜਿਹੜੇ ਵੱਡੇ ਟੱਕ ਬਣਾ ਲੈਣਗੇ, ਤੁਸੀਂ ਉੱਤੇ ਕੰਮ ਕਰ ਲਿਆ ਕਰੋ। ਠੀਕ ਹੈ, ਅਤੇ ਫੂਡ ਗ੍ਰੇਨਸ ਅਸੀਂ ਵਾਧੂ ਪੈਦਾ ਕਰਨਾ, ਸਾਨੂੰ ਉਹ ਵੀ ਦੇ ਦਿਆਂਗੇ, ਦਿਹਾੜੀ ਤੁਹਾਨੂੰ ਦੇ ਦਿਆ ਕਰਾਂਗੇ, ਮਜ਼ਦੂਰੀ ਦੇ ਦਿਆ ਕਰਾਂਗੇ, ਤੁਸੀਂ ਪਾਸੇ ਹੋ ਜਾਓ। ਸਾਨੂੰ ਚਾਹੇ ਤੁਸੀਂ ਕੰਟਰੈਕਟ ਦੇ ਦਿਓ, ਹੌਲੀ ਹੌਲੀ ਉਹ ਹੋ ਸਕਦਾ ਵੀ ਜਿਹੜੀ ਕੰਟਰੈਕਟ ਤੋਂ ਬਾਅਦ ਉਹ ਕਬਜ਼ੇ ਕਰ ਲੈਣ, ਮੁੱਲ ਤਾਰ ਦੇਣ, ਜਿਵੇਂ ਅਕਸਰ ਹੀ ਹੁੰਦਾ ਜੀ। ਇਸ ਤੋਂ ਬਾਅਦ ਜਿਹੜੀਆਂ ਮੰਨ ਲਓ ਹੁਣ ਖੱਬੀ ਤਰ੍ਹਾਂ ਜਿਹੜੀਆਂ ਕਿਹਦੀ ਸੁਜੈਸਟ ਕਰਦੀਆਂ ਨੇ ਅਗਲਾ ਮਾਡਲ, ਇੱਕ ਇਹ ਕਹਿੰਦੇ ਸਮਾਜਵਾਦੀ ਮਾਡਲ ਆ, ਕਿ ਰਾਸ਼ਟਰੀਕਰਨ ਕਰ ਦਿਓ ਸਾਰੀ ਜਿਹੜੀ ਪੂੰਜੀ ਹੈ, ਸਾਰੀ ਜਿਹੜੀ ਭੂਮੀ ਹੈ, ਸਾਰਿਆਂ ਦਾ ਜਿਹੜਾ ਹੈ ਕੇਂਦਰੀਕਰਨ ਕਰਕੇ, ਰਾਸ਼ਟਰੀਕਰਨ ਕਰਕੇ ਸਰਕਾਰ ਆਪਦੇ ਹੱਥ ਹੇਠ ਲੈ ਲੇ। ਬਿਲਕੁਲ ਜੀ, ਸਰਕਾਰ ਜਿਹਨੇ ਵੱਟਾਂ ਨਿੱਕੀ ਮੋਟੀਆਂ ਢਾਹ ਦੇ, ਅਤੇ ਉਹ ਜਿਹੜਾ ਉਹਨੂੰ ਮਾਡਲ ਲੱਗਦਾ ਹੈ ਹੁਣ ਔਰਗੈਨਿਕ ਕਰਨਾ ਜਾਂ ਜਿੱਥੇ ਵੀ ਕੋਈ ਸਫੀਸ਼ੀਐਂਟ ਯੂਜ ਹੋ ਸਕਦਾ, ਫਰਟੀਲਾਈਜ਼ਰਸ ਦਾ ਹੋ ਸਕਦਾ, ਜਾਂ ਕੋਈ ਕੀ ਆ ਗਏ ਤੋਂ ਕਿਸੇ ਸਟੈਂਡਰਡ ਦੇ ਨਾਲ ਜਿਹੜੇ ਹੈਗੇ ਨੇ ਕੀਟਨਾਸ਼ਕ ਉਹ ਵਰਤ ਸਕਦੇ ਨੇ। ਬਿਲਕੁਲ, ਤਾਂ ਉਹ ਇਸ ਤਰ੍ਹਾਂ ਉਸਦਾ ਵੀ ਸਾਰਾ ਕੁਝ ਸਾਂਝਾ ਕਰ ਦਿਓ, ਕਿਸੇ ਦੀ ਨਿੱਜੀ ਮਾਲਕੀ ਨਹੀਂ ਹੈਗੀ। ਜਿਹੜਾ ਫੂਡ ਗ੍ਰੇਨਸ ਦਾ ਪ੍ਰੋਡਕਸ਼ਨ ਹੈ ਉਹ ਲੋਕਾਂ ਦੀਆਂ ਲੋੜਾਂ ਲਈ, ਆਪਣੇ ਸਮਾਜ ਲਈ, ਆਪਦੇ ਆਉਣ ਵਾਲੀ ਪੀੜ੍ਹੀ ਲਈ, ਬੱਚਿਆਂ ਲਈ ਪੈਦਾ ਹੋਵੇ। ਆਂਡੇ ਪੈਦਾ ਹੋਣ ਤਾਂ ਐਂ ਨਾ ਪੈਦਾ ਹੋਣ ਕਿ ਸਟੀਰੋਇਡ ਦੇ ਕੇ ਆਂਡੇ ਪੈਦਾ ਕਰ ਲਏ, ਮੰਡੀ 'ਚ ਵੇਚ ਲਿਓ, ਉਹਦੇ ਨਾਲ ਕੋਈ ਮਰੀ ਜਾਵੇ, ਕੈਂਸਰ ਹੋਈ ਜਾਵੇ। ਤੁਸੀਂ ਇਹ ਨਹੀਂ ਹੈਗਾ ਕਣਕ ਪੱਕੀ ਖੜੀ ਹੈ ਕਿ ਤੁਸੀਂ ਉਹਦੇ ਫੰਗੀਸਾਈਡ ਛਿੜਕ ਦਿਓ ਜੀ, 10 ਦਿਨਾਂ ਨੂੰ ਵੱਢਣੀ ਹੈ, ਬਹੁਤ ਲੰਮੇ ਅਸਰ ਜਾਣਗੇ। ਬਿਲਕੁਲ,
ਤੁਸੀਂ ਦੇਖਿਆ ਹੁਣ ਜਿਹੜਾ ਕੁਛ ਅਸੀਂ ਦੇਖਿਆ, ਹੁਣ ਮੈਂ ਖੁਦ ਇਸ ਗੱਲ ਨੂੰ ਹੰਢਾਇਆ ਕਿ ਖੇਤਾਂ ਦੇ ਵਿੱਚ ਅਸੀਂ ਜਿਹੜੀ ਨਦੀਨ ਨਾਸ਼ਕ ਇੰਨੇ ਛਿੜਕੇ ਕਿ ਨਦੀਨ ਨੂੰ ਖਤਮ ਕਰ ਦਈਏ, ਨਹੀਂ ਖਤਮ ਹੁੰਦੇ ਉਹ। ਅਸੀਂ ਦੇਖਿਆ ਕਿਸਾਨਾਂ ਨੇ ਲੀਡਰ ਰਲ ਗਈ, ਟੌਪਕ ਰਲ ਗਈ, 2,4-D ਵਿੱਚ ਉਹ ਰਲਾ ਲਈ, ਤਾਂ ਉਹ ਹੁਣ ਉਹਨਾਂ ਦੀ ਰੈਸਿਸਟੈਂਸ ਆ ਗਈ ਹਾਰਵੈਸਟ ਦੀ ਕਿ ਨਦੀਨਾਂ ਦੀ, ਉਹ ਖਤਮ ਹੀ ਨਹੀਂ ਹੁੰਦੇ, ਮਾਤਰਾ ਵਧਾਈ ਜਾਂਦੇ ਆ। ਅਤੇ ਫਿਰ ਇਹ ਚੀਜ਼ਾਂ ਨੁਕਸਾਨ ਕਰਦੀਆਂ ਨੇ ਵੀ ਇਹ ਸਾਰਾ ਕੁਝ ਬੰਦ ਕਰ ਦਿਓ, ਸਰਕਾਰ ਆਪਦੀ ਜ਼ਿੰਮੇਵਾਰੀ ਲੈ ਲੇ, ਆਪੇ ਉਹਨੂੰ ਕਿਸਾਨ ਬੀਜ ਲੈਣ ਅਤੇ ਸਰਕਾਰ ਪਰਚੇਜ ਕਰਦੇ, ਲੋਕਾਂ ਨੂੰ ਜਿਹੜੀ ਹੈਗੀ ਆ ਸਸਤੇ ਰੇਟਾਂ ਦੇ ਉੱਪਰ ਮੁਹੱਈਆ ਕਰਦੇ। ਤੀਜੀ ਗੱਲ ਜਿੰਦਰ ਇੱਕ ਮਿੰਟ ਹੋਰ ਲੈਣਾ ਮੈਂ, ਮਾਫੀ ਦਿਓ। ਜੀ। ਚੌਥੀ ਚੀਜ਼ ਜਿਹੜੀ ਮੈਂ ਇੱਕ ਦੇਖੀ ਸੀ ਕਿ ਸਾਡੀ ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ, ਡਿਵਰਸਿਟੀ ਸੀਗੀ। ਤੁਸੀਂ ਆਪ ਦੇਖੋ, ਬਜ਼ੁਰਗਾਂ ਨਾਲ ਗੱਲ ਕਰਿਓ, ਤੁਹਾਡੇ ਸਰੋਂ, ਛੋਲੇ, ਠੀਕ ਆ, ਜੌਂ, ਜਮੀ, ਬਾਜਰਾ, ਮੱਕੀ, ਠੀਕ ਹੈ, ਤਿਲ, ਤਾਰਾ ਮੀਰਾ, ਆਹ ਆਪਣੇ ਖੇਤਾਂ 'ਚ ਵੀ ਹੁੰਦੀਆਂ ਰਹੀਆਂ ਨੇ। ਬਿਲਕੁਲ। ਗੰਨਾ, ਹਰੀ ਫਸਲ ਉਹ ਆਪਦੀ ਡਿਵਰਸਿਟੀ ਨਾਲ ਬੀਜਦੇ ਕਿਵੇਂ, ਇੱਕ ਤਰ੍ਹਾਂ ਦਾ ਕਮਿਊਨ ਸਿਸਟਮ ਸੀ ਕਿ ਉਹਨਾਂ ਨੇ ਵੀੜੀ ਕਰ ਲੈਣੀ। ਹਾਂਜੀ। ਇੱਕ ਸੀਰੀ ਹੋਣਾ ਨਾਲ, ਸੀਰੀ ਮਤਲਬ ਹਿੱਸੇਦਾਰ, ਬਿਲਕੁਲ, ਨੌਕਰ ਨਹੀਂ ਸੀ, ਠੀਕ ਹੈ, ਅਤੇ ਉਹ ਰਲ ਕੇ ਖੇਤੀ ਕਰਦੇ ਆ। ਅੱਜ ਤੇਰੇ ਖੇਤ 10 ਸਾਲ ਲੈ ਗਏ, ਉੱਥੇ ਵਾਹ ਕੇ ਬੀਜ ਲਈ, ਉਹਦਾ ਪਾਣੀ ਲਾਤਾ, ਉਹਦੇ ਬੀਜ ਲਈ। ਇੱਕ ਤਰ੍ਹਾਂ ਦਾ ਜਾਣੀ ਕਿ ਉਹਨਾਂ 'ਚ ਸਹਿਕਾਰਤਾ ਸੀ, ਸਹਿਯੋਗ ਕਰਦੇ ਇੱਕ ਦੂਜੇ ਦਾ। ਇੱਕ ਇਹ ਮਾਡਲ ਹੈ ਜਿਵੇਂ ਚੀਨ ਨੇ ਵਰਤਿਆ ਸੀ ਕਿ ਇੱਕ ਸਹਿਕਾਰੀ ਮਾਡਲ ਅਪਣਾ ਲਓ। ਬਿਲਕੁਲ, ਸਹਿਕਾਰੀ ਮਾਡਲ ਅਪਣਾ ਲਓ, ਤੁਸੀਂ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਕਿਸਾਨ ਆਪਦੇ ਪੱਧਰ 'ਤੇ ਇਕੱਠੀਆਂ ਕਰ ਲੈਣ, ਸਰਕਾਰ ਉਹਨਾਂ ਨੂੰ ਜਿਹੜਾ ਹੈਗਾ ਇੱਕ ਸਿਸਟਮ ਦੇ ਦੇ, ਜਿਵੇਂ ਕੋਆਪਰੇਟਿਵ ਸੁਸਾਇਟੀ ਨੇ ਆਪਣੇ, ਉੱਥੇ ਉਹ ਸੰਦ ਰੱਖ ਲੈਣ ਆਪਦੇ, ਉਹਦੇ ਥਰੂ ਉਹ ਆਪਦੀ ਖਰੀਦੋ ਫਰੋਖਤ ਕਰ ਲੈਣ। ਜਿਹੜੇ ਕੀਟਨਾਸ਼ਕ ਆ, ਚਾਹੇ ਕੋਈ ਖਾਦਾਂ ਨੇ ਜਾਂ ਜੋ ਵੀ ਉਹਨਾਂ ਨੇ ਪ੍ਰੋਡਕਸ਼ਨ ਕੀਤੀ ਹੈ, ਉਹਨੂੰ ਸਟੋਰ ਕਰਨਾ ਹੈ, ਸਟਾਕ ਕਰਨਾ ਹੈ, ਸਰਕਾਰ ਉਹਨਾਂ ਨੂੰ ਕੋਲਡ ਸਟੋਰੇਜ ਬਣਾ ਕੇ ਦੇ ਦੇ, ਠੀਕ ਹੈ। ਜਿਵੇਂ ਸੀਲੋ ਪਲਾਂਟ ਬਣਾਏ ਆ ਉਹਨਾਂ ਨੇ, ਬਣਾਏ ਆ ਅਡਾਨੀ ਨੇ, ਸਰਕਾਰ ਬਣਾ ਕੇ ਦੇ ਦੇ ਕਿਸਾਨਾਂ ਨੂੰ। ਉਹ ਇੱਕ ਆਦੇ ਕਮਿਊਨ ਬਣਾ ਲੈਣਾ ਵੀ ਆਦੇ 500,000 ਕਿੱਲਾ ਇਕੱਠਾ ਕਰ ਲਿਆ। ਇਹੀ ਕਹਿ ਰਹੇ ਸਰਕਾਰ ਵੀ 500,000 ਕਿੱਲੇ ਦੀ ਵਾਹੀ ਵੱਡੀ ਚੱਲੂਗੀ, ਤੋ ਕਿਸਾਨ ਆਪੇ ਇਕੱਠੀ ਕਰ ਲੈਣ। ਜਿਹੜਾ ਕੰਮ ਕਰੇ ਉਹਨੂੰ ਆਦੀ ਉਸ ਦਿਨ ਦੀ ਮਜ਼ਦੂਰੀ ਮਿਲ ਜਾ ਕਰੇ, ਬਾਕੀ ਜਿਹੜਾ ਹਿੱਸਾ ਆਇਆ ਕਰੇ ਉਹਨੂੰ ਉਹ ਮਿਲ ਜਾ ਕਰੇ। ਅਤੇ ਇਹ ਚੌਥਾ ਮਾਡਲ ਆ ਜਿਹੜੇ ਜਾਣੀ ਕਿ ਮੋਟੀ ਰੂਪ ਰੇਖਾ ਇਹਨਾਂ 'ਚੋਂ। ਹੁਣ ਇੱਕ ਮਾਡਲ ਦੇਖੋ, ਇਹ ਹੁਣ ਸਰਕਾਰਾਂ ਨੇ ਕਰਨਾ ਵੀ ਕਿਹੜਾ ਇਹ ਸਿਲੈਕਟ ਕਰਦੇ ਨੇ, ਇਹ ਹੋ ਸਕਦਾ। ਬਿਲਕੁਲ ਜੀ। ਇੱਕ ਗੱਲ ਹੋਰ, ਤੁਸੀਂ ਆ ਕਰਜ਼ਾ ਮਾਫੀ ਵਾਲਾ ਲੋਲੀਪੌਪ ਕਿਵੇਂ ਵੇਖਦੇ ਹੋ, ਜਿਹੜਾ ਹਰੇਕ ਗੇੜੇ ਦੇ ਦਿੱਤਾ ਜਾਂਦਾ ਤੇ ਕਿਸਾਨ ਫਿਰ ਜਦੋਂ ਸਟ੍ਰੀਮ ਬਣਦੀ ਤਾਂ ਸਟ੍ਰੀਮ ਲੀਕ ਕਰਨ ਦਾ ਤਰੀਕਾ ਵੀ ਕਰਜ਼ਾ ਮਾਫੀ ਕਰ ਦਿਓ। ਇੱਕ ਸਵਾਲ। ਦੂਜਾ ਸਵਾਲ ਮੈਂ ਨਾਲ ਹੀ ਕਰ ਦਿੰਦਾ ਕਿ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਨੂੰ ਤੁਸੀਂ ਕਿਸਾਨ ਨੂੰ ਪੈਰਾਂ ਸਿਰ ਕਰਨ ਦੇ ਵਿੱਚ ਕਿਵੇਂ ਦੇਖਦੇ ਹੋ? ਦੋਨਾਂ ਦੇ ਉੱਤਰ ਦਿਓ ਇਕੱਠੇ ਕਰਕੇ। ਦੇਖੋ, ਪਹਿਲੀ ਗੱਲ ਤਾਂ ਜਿਹੜੀ ਕਰਜ਼ੇ ਮਾਫੀ ਵਾਲੀ ਗੱਲ ਹੈ, ਸ਼ਬਦ ਹੀ ਗਲਤ ਹੈ ਇਹ। ਬਿਲਕੁਲ। ਮਾਫੀ ਤਾਂ ਹੁੰਦੀ ਹੈ ਨਾ, ਕਿਸੇ ਨੇ ਕੋਈ ਗੁਨਾਹ ਕਰਤਾ, ਚਲੋ ਤੁਸੀਂ ਉਹਨੂੰ ਆਪਦਾ ਵੱਡਪਣਾ ਦਿਖਾਉਂਦੇ ਹੋਏ ਉਹਨੂੰ ਮਾਫ ਕਰ ਦਿੰਦੇ ਹੋ। ਕਿਸਾਨਾਂ ਨੇ ਟਿੱਬਿਆਂ ਦੇ ਵਿੱਚ ਝੋਨਾ ਕਣਕ ਹੋਣ ਲਾਤੀ। ਜਿਹੜਾ ਦੇਸ਼ ਦੂਜਿਆਂ ਮੂਹਰੇ ਗੋਡੇ ਟੇਕਦਾ ਸੀ ਸਾਨੂੰ ਖਾਣ ਨੂੰ ਅਨਾਜ ਦੇ ਦਿਓ, ਅਮਰੀਕਾ ਤੋਂ ਮਿੰਨਤਾਂ ਕਰਦੇ ਸੀਗੇ, ਅੱਜ ਸਫੀਸ਼ੀਐਂਟ ਜਿਹੜੀ ਫੂਡ ਗ੍ਰੇਨ ਪ੍ਰੋਡਕਸ਼ਨ ਦਿੱਤੀ ਹੈ, ਕਰਜ਼ੇ ਦਿੱਤੇ ਕਿਉਂ? ਮੈਂ ਮਜ਼ਦੂਰ ਦੇਣਾ, ਮਜ਼ਦੂਰ ਕਦੋਂ ਸੁਸਾਈਡ ਕਰਦਾ ਹੈ? ਆਪਾਂ ਅਕਸਰ ਕਿਸਾਨਾਂ ਦੇ ਆਤਮ ਹੱਤਿਆ ਦੀ ਗੱਲ ਕੀਤੀ ਆ, ਮਜ਼ਦੂਰ ਆਤਮ ਹੱਤਿਆ ਕਰਦੇ ਨੇ। ਇਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਆਤਮ ਹੱਤਿਆਵਾਂ ਹੋਈਆਂ ਨੇ। ਉਹ ਕਦੋਂ ਕਰਦੇ ਨੇ ਜਸਵਿੰਦਰ? ਜਦੋਂ ਕਰਜ਼ਾ ਕਿਤੋਂ ਮਿਲਦਾ ਹੀ ਨਹੀਂ ਉਹਨਾਂ ਨੂੰ। ਕਿਸਾਨ ਕਦੋਂ ਕਰਦਾ? ਜਦੋਂ ਤੋਂ ਕਰਜ਼ਾ ਨਹੀਂ ਮੁੜਦਾ, ਜਦੋਂ ਮੁੜਦਾ ਨਹੀਂ। ਮਾਫੀ ਵਾਲੀ ਜਿਹੜੀ ਗੱਲ ਆ ਨਾ, ਕਰਜ਼ਾ ਉਹਦੇ ਸਿਰ ਕਿਉਂ ਚੜ੍ਹਿਆ? ਸਵਾਲ ਹੈ ਉਹਦੇ ਸਿਰ ਕਰਜ਼ਾ ਕਿਉਂ ਚੜ੍ਹਿਆ? ਕਈ ਹੁਣ ਦੇਖੋ, ਕਈ ਸਟੱਡੀਜ਼ ਹੋਈਆਂ ਨੇ ਯੂਨੀਵਰਸਿਟੀ ਵੱਲੋਂ, ਪਟਿਆਲਾ ਬਣੀਆਂ ਹੋਈਆਂ ਨੇ ਕਿ ਦੇਖੋ ਕਿਸਾਨਾਂ ਨੇ, ਡਾਕਟਰ ਗਿਆਨ ਸਿੰਘ ਦਾ ਸੀਗਾ ਉਹ ਇੱਕ ਰਿਸਰਚ ਪ੍ਰੋਜੈਕਟ, ਉਹ ਜਿਹਨੂੰ ਦੇਖਿਆ ਇਹ ਗੱਲ ਵੀ ਕਿਸਾਨਾਂ ਨੇ ਜਿਹੜਾ ਕਰਜ਼ਾ ਲਿਆ ਉਹਦਾ 90% ਜਿਹੜਾ ਹੈਗਾ ਉਹ ਪ੍ਰੋਡਕਸ਼ਨ ਪਰਪਸ ਲਈ ਯੂਜ਼ ਕੀਤਾ ਜੀ। ਚਾਹੇ ਖੂਹ ਲਾਇਆ, ਮੋਟਰ ਲਾਈ, ਟਰੈਕਟਰ ਲਿਆ, ਖੇਤ ਪੱਧਰਾ ਕੀਤਾ। ਦੇਖੋ ਹੁਣ ਜੇ ਦੂਜੇ ਕਾਰੋਬਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਐਡਾ ਲਾਸ ਹੋ ਜੇ ਤਾਂ ਸਰਕਾਰਾਂ ਉਹਨਾਂ ਨੂੰ ਜਿਹੜਾ ਹੈਗਾ ਵੇਵ ਆਫ ਕਰਦੀਆਂ ਨੇ ਜੀ। ਪਰ ਕਿਸਾਨਾਂ ਨੇ ਜੋ ਵੀ ਕੀਤਾ, ਠੀਕ ਆ, ਉਹ ਪ੍ਰੋਡਕਸ਼ਨ ਇਹ ਭੁਲੇਖਾ ਫਲਾਇਆ ਜਾ ਰਿਹਾ ਵੀ ਇਹਦਾ ਕੋਠੀਆਂ ਪਾ ਲੈਂਦੇ ਜੀ, ਇਹਦਾ ਜੀ ਵਿਆਹਾਂ ਦੇ ਪੈਸੇ ਲਾ ਦਿੰਦੇ ਆ। ਬਿਲਕੁਲ। ਤੁਸੀਂ ਆਪਾਂ ਪਿੰਡਾਂ 'ਚ ਰਹਿੰਦੇ ਆ, ਦੇਖੋ ਕੋਈ ਵਧੀਆ ਜ਼ਮੀਨ ਜਾਇਦਾਦ ਵਾਲੇ ਬੰਦੇ ਨੇ ਕੋਠੀ ਪਾ ਲਈ ਹੋਊ। ਆਮ ਜਿਹੜੇ ਹੁਣ ਇੰਡੀਆ ਦੇ 85% ਕਿਸਾਨ ਛੋਟੇ ਦੇ ਸਮਾਂਤ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ 5 ਕਿਲੋ ਤੋਂ ਘੱਟ ਵਾਲੇ ਨੇ, 85% ਜਸਵਿੰਦਰ ਜੀ। ਤਾਂ ਉਹ ਕਿੰਨੀਆਂ ਕੋਠੀਆਂ ਪਾਈ ਬੈਠੇ ਨੇ ਉਹ।
ਜਾਂ ਕਿੱਡੇ ਕਿਸਾਨੋਂ ਸ਼ੌਕ ਨਾਲ ਉਹਨੇ ਬੱਚਿਆਂ ਦੇ ਵਿਆਹ ਕਰ ਲਏ। ਦਿਲ ਤਾਂ ਹਰੇਕ ਦਾ ਕਰਦਾ ਨਾ, ਜਿਹੜਾ ਬੰਦਾ ਕਮਾਈ ਕਰਦਾ ਦਿਨ ਰਾਤ ਦਿਲ ਤੋਂ ਤਾਂ ਕਰਦਾ ਮੇਰਾ ਰਹਿਣ ਲਈ ਬਸੇਰਾ ਵਧੀਆ ਹੋਵੇ, ਮੇਰੇ ਬੱਚਿਆਂ ਦਾ ਜਿਹੜਾ ਹੈਗਾ ਮੈਂ ਕੋਈ ਕਾਰਜ ਕਰਦਾ ਮੈਂ ਸੋਹਣਾ ਕਰਾਂ। ਇਹ ਨਹੀਂ ਹੈਗਾ ਸਾਰੇ ਹੀ ਕਰਦੇ ਨੇ। ਅਤੇ ਇਹ ਗਲਤ ਅਫਵਾਹ ਫੈਲਾਈ ਗਈ ਵੀ ਇਹਨਾਂ ਨੇ ਤਾਂ ਪੈਸੇ ਲੈ ਐਂ ਕਰ ਲਏ ਜੀ, ਕਰਜ਼ੇ ਲੈ ਲੈ, ਪਰ ਉਹ ਸਟੱਡੀ ਦੱਸਦੀਆਂ ਨੇ, ਜਿਹੜੀ ਫੈਕਟ ਬੇਸ ਗੱਲ ਹੁੰਦੀ ਆ ਉਹ ਮੈਨੇ ਰੱਖਦੀ ਹੁੰਦੀ ਹੈ। ਇਹ ਹੁਣ ਕਰਜ਼ਾ ਮਾਫੀ ਵਾਲੇ ਸਰਕਾਰਾਂ ਹਰੇਕ ਕਹਿ ਦਿੰਦੀਆਂ ਨੇ, ਸਰਕਾਰਾਂ ਇਹ ਕਿਉਂ ਦੱਸਦੇ ਵੀ ਨਾ ਸਰ ਕਰਜ਼ਾ ਕਿਉਂ ਚੜ੍ਹ ਗਿਆ, ਕਿਉਂ ਚੜਿਆ। ਜਿਹੜੀ 15 ਮਣ ਕਣਕ ਹੁੰਦੀ ਸੀ ਉਹਨਾਂ ਨੇ 60 ਮਣ ਕੱਢਤੀ, ਅਤੇ ਜਿਹੜਾ ਉਹ ਉਹਨਾਂ ਨੇ ਵਾਧਾ ਹੋਇਆ 45 ਮਣ ਦਾ ਉਹਨਾਂ ਦੇ ਹਿੱਸਾ ਕਿੱਧਰ ਗਿਆ? ਬਿਲਕੁਲ ਕਰਜ਼ਾ ਉਹਨਾਂ ਸਿਰ ਫੇਰ ਹੋ ਗਿਆ। ਜਿਹੜੇ ਦੇਸ਼ ਦੇ ਵਿੱਚ 300 ਮਿਲੀਅਨ ਟਨ ਤੋਂ ਇਹ ਟੱਪ ਗਿਆ ਆਪਣਾ ਫੂਡ ਪ੍ਰੋਡਕਸ਼ਨ, ਅਤੇ 100 ਮਿਲੀਅਨ ਟਨ ਸੰਭਾਵਨਾ ਨਹੀਂ ਸੀਗੀ, ਇੰਨਾ ਫਸਲਾਂ 'ਚ ਵਾਧਾ ਕਰਨ ਦੇ ਬਾਵਜੂਦ ਉਹਨਾਂ ਸਿਰ ਕਰਜ਼ਾ ਕਿਵੇਂ ਹੋ ਗਿਆ? ਅਤੇ ਕਿਉਂ ਹਰੇਕ ਸਾਲ ਉਹ ਢੇਰ ਵੱਡਾ ਹੁੰਦਾ ਜਾਂਦਾ? ਅਤੇ ਕਿਉਂ ਹਰੇਕ ਸਾਲ ਜਿਹੜਾ ਸਿਆਸੀ ਸਟੰਟ ਬਣਾ ਕੇ ਤੁਸੀਂ ਕਹਿ ਦਿੰਦੇ ਹੋ ਕਿ ਸਾਡੀ ਸਰਕਾਰ ਆ ਜਾਂਦੇ ਹੋ? ਪਹਿਲਾਂ ਆਪਾਂ ਦੇਖਿਆ ਕਾਂਗਰਸ ਸਰਕਾਰ ਨੇ ਕਿਹਾ ਵੀ ਕਰਜ਼ੇ ਮਾਫ ਕਰ ਦਿਆਂਗੇ, ਫਿਰ ਅਗਲੀਆਂ ਸਰਕਾਰਾਂ ਹੁਣ ਦੇਖੋ ਹੈ ਨਾ ਆਪ ਦੀ ਸਰਕਾਰ ਆਉਂਦੀ ਹੈ ਤਾਂ ਇਹ ਵੀ ਇਸ ਗੱਲਾਂ ਨੂੰ ਲੈ ਕੇ ਆਉਂਦੀ ਹੈ। ਪਰ ਗੱਲ ਇਹ ਕਰੋ ਵੀ ਕਰਜ਼ਾ ਉਹਨਾਂ ਸਿਰ ਚੜ੍ਹਿਆ ਕਿਉਂ? ਮਾਫ ਦਾ ਸ਼ਬਦ ਵਰਤੋ ਨਾ ਤੁਸੀਂ, ਮਾਫ ਦਾ ਕੀ ਆ? ਤੁਸੀਂ ਪ੍ਰੋਡਕਸ਼ਨ ਕਰਵਾਈ ਆ ਉਹਨਾਂ ਤੋਂ, ਕੋਈ ਉਹਨੂੰ ਲੋਸ ਹੋ ਗਈ ਤਾਂ ਗੱਲ ਖਤਮ ਆ। ਉਹ ਸਾਂਝਾ ਰਿਸਕ ਸੀਗਾ ਉਹ ਸਮਾਜ ਦਾ, ਜਿਨ੍ਹਾਂ ਨੇ ਬੈਂਕਾਂ ਨੇ ਪੈਸੇ ਦਿੱਤੇ ਉਹਨਾਂ ਨੇ ਕਮਾਈ ਕੀਤੀ ਆ, ਬਹੁਤ ਵਿਆਜ ਲੈ ਲਿਆ, ਤਾਂ ਲੀਕ ਫੇਰਨੀ ਚਾਹੀਦੀ ਉਸ ਗੱਲ 'ਤੇ। ਉਹਦੀ ਰਾਸ਼ਨਿੰਗ ਕਰ ਲੈਣ, ਦੇਖ ਲੈਣ ਵੀ ਕਿਸਾਨਾਂ ਦਾ ਜਿਹੜਾ ਵੀ ਹੱਦ ਦਰਜਾ ਕਿੰਨਾ ਹੈ, ਕੀ ਇਹਨਾਂ ਦੀ ਆਮਦਨ ਦਾ ਪੱਧਰ ਹੈ, ਕਿੰਨੀ ਕੁ ਜਾਇਦਾਦ ਇਹਨਾਂ ਕੋਲ, ਉਸ ਤਰੀਕੇ ਨਾਲ ਕਰ ਦੇਣ। ਪਰ ਨਹੀਂ, ਮੈਨੂੰ ਲੱਗਦਾ ਵੀ ਇਹ ਜਿਹੜਾ ਹੈਗਾ ਕਿਸਾਨ ਨੂੰ ਨਾ ਤਾਂ ਇਹ ਜਿਉਂਦਿਆਂ ਨੇ ਕਰਨ, ਨਾ ਹੀ ਉਹਨੂੰ ਮਾਰਨ ਦੇਣ, ਉਹ ਤੋਂ ਐਂ ਜਿਹੜਾ ਹੈ ਇਹ ਪੈਦਾਵਾਰ ਕਰਵਾਈ ਜਾਣਗੇ। ਬਿਲਕੁਲ। ਕਾਸ਼ ਕਿਸਾਨ ਨੀਰਜ ਮੋਦੀ ਹੁੰਦੇ, ਕਾਸ਼ ਕਿਸਾਨ ਵਿਜੇ ਮਾਲੀਆ ਹੁੰਦੇ, ਕਾਸ਼ ਕਿਸਾਨਾਂ ਦੇ ਘਰੇ ਕੋਈ ਇੱਦਾਂ ਦਾ ਧੀ ਪੁੱਤ ਜੰਮੇ ਜੋ ਸਰਕਾਰਾਂ ਨੂੰ ਦੱਸ ਦੇਵੇ ਕਿ ਕਿਸ ਤਰੀਕੇ ਦੇ ਨਾਲ ਕਰਜ਼ੇ ਮਾਫ ਕਰਾਏ ਜਾਂਦੇ ਨੇ ਜਾਂ ਕਰਜ਼ੇ ਛੱਡ ਕੇ ਦੇਸ਼ ਵੀ ਛੱਡ ਦਿੱਤੇ ਜਾਂਦੇ ਨੇ। ਤਾਂ ਅਸੀਂ ਤਾਂ ਜੂਝਦੇ ਹਾਂ, ਸੰਘਰਸ਼ ਕਰਦੇ ਹਾਂ, ਅਤੇ ਸੰਘਰਸ਼ ਦੇ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਭੂਮਿਕਾ ਵੀ ਮਾੜੀ ਜ਼ਰੂਰ ਦੱਸੋ ਵੀ ਕਿੱਦਾਂ ਦੀ। ਦੂਜਾ ਸਵਾਲ ਸੀ ਆਪਣਾ ਇਹ, ਦੇਖੋ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਕੀ ਆ ਉਹ, ਜਦੋਂ ਕਿਸਾਨਾਂ ਨੇ ਦੇਖਿਆ ਇਹ ਗੱਲ ਕਿੱਥੋਂ ਨਿਕਲ ਕੇ ਆਈ, ਜਥੇਬੰਦ ਹੁਣ ਕਿਉਂ ਲੱਗੇ ਉਹ? ਤੁਸੀਂ ਇੱਕ ਖੇਤੀਬਾੜੀ ਜਿਹੜਾ ਮਾਡਲ ਸੀ ਹਰੀ ਕ੍ਰਾਂਤੀ ਦਾ, ਉਹ ਕੱਲਾ ਕਰਦਾ ਕਿਸਾਨ ਨੂੰ, ਉਹਨੇ ਵੀੜੀ ਛੁਡਾਤੀ, ਉਹਨੇ ਸੀਰੀ ਨਾਲ ਜਿਹੜਾ ਸੀਗਾ ਉਹ ਵੀ ਕੰਮ ਛੁਡਾਤਾ, ਨੌਕਰ ਬਣ ਗਿਆ ਉਹ। ਜਿਹੜੇ ਦੋ ਸਾਂਝ ਨਾਲ ਕੰਮ ਕਰਦੇ ਉਹ ਵੀ ਬੰਦ ਕਰਤੇ ਉਹਨਾਂ ਨੇ। ਫਿਰ ਦੁਬਾਰੇ ਇਕੱਠੇ ਕਿਉਂ ਹੋਣੇ ਸ਼ੁਰੂ ਹੋ ਗਏ ਇਹ, ਜਿਹਨੂੰ ਆਪਾਂ ਜਥੇਬੰਦੀ ਬੋਲਦੇ ਆ? ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਜਿਹੜਾ ਇਹ ਮਸਲਾ ਮੇਰਾ ਭਰਾ ਜਸਵਿੰਦਰ ਆ ਇਹਦੇ ਨਾਲ ਜੁੜਿਆ ਹੋਇਆ ਸਾਡਾ ਸਾਂਝਾ ਹੈ, ਵੀ ਕਿਉਂ ਨਾ ਆਪਾਂ ਇਕੱਠੇ ਹੋ ਕੇ ਗੱਲ ਕਰੀਏ ਇਹਨੂੰ। ਤਾਂ ਉਹ ਇੱਕ ਆਰਗੇਨਾਈਜੇਸ਼ਨ ਜਿਹੜੀ ਬਣ ਗਈ, ਉਹਦਾ ਸੰਗਠਿਤ ਰੂਪ ਬਣਨ ਲੱਗ ਗਿਆ ਇੱਕ, ਠੀਕ ਆ। ਉਹਨਾਂ ਦੀ ਜਿਹੜੀ ਸੀਗੀ ਸਮਝ ਬਣਨ ਲੱਗ ਗਈ ਤਾਂ ਉਹ ਸਰਕਾਰਾਂ ਨੂੰ ਜਿਹੜਾ ਹੈ ਚੈਲੰਜ ਕਰਨ ਲੱਗ ਗਏ, ਸਿਸਟਮ ਨੂੰ ਚੈਲੰਜ ਕਰਨ ਲੱਗ ਗਏ। ਜਿਵੇਂ ਮਸਲੇ ਥੋੜ੍ਹੇ ਬਹੁਤੇ ਹੱਲ ਹੁੰਦੇ ਆ ਕਿਸੇ ਦੇ, ਯਾਨੀ ਕਿ ਇੱਕ ਤਾਂ ਬਾਹਰੀ ਹਾਲਤਾਂ ਨੇ ਕਿ ਹੁਣ ਉਹ ਕਿਸਾਨੀ ਸੰਕਟ 'ਚ ਘਿਰ ਚੁੱਕੀ ਆ ਕਿ ਉਹ ਹੁਣ ਸਰਵਾਈਵ ਨਹੀਂ ਕਰ ਸਕਦੇ, ਉਹਨਾਂ ਲਈ ਸੰਘਰਸ਼ ਕਰਨਾ ਜ਼ਰੂਰੀ ਹੋ ਗਿਆ। ਇਹ ਚੀਜ਼ ਜਥੇਬੰਦੀਆਂ ਨੂੰ ਜਨਮ ਦੇ ਰਹੀ ਹੈ, ਉਹਨੂੰ ਤਕੜਾ ਕਰ ਰਹੀ ਹੈ। ਆਪਾਂ ਦਿੱਲੀ ਮੋਰਚੇ ਦੇਖਿਆ ਕਿ ਕਿਵੇਂ ਲੋਕਾਂ ਨੇ ਸਾਰਾ ਪੈਸਾ, ਸਾਰੀ ਤਾਕਤ, ਸਾਰੇ ਸਾਧਨ ਉੱਥੇ ਜਟਾਤੇ, ਅਤੇ ਇਹ ਗੱਲ ਸਮਝ ਨਿਕਲ ਕੇ ਆਉਂਦੀ ਆ। ਹੁਣ ਕਿਸਾਨ ਜਥੇਬੰਦੀਆਂ ਦੀ ਸਮਝ ਕੀ ਬਣਦੀ ਹੈ? ਇਸ ਅੰਦਰ ਬੜੀ ਵੱਡੀ ਇੱਥੇ ਜਿਹੜੀ ਗੱਲ ਹੈ ਇੱਥੇ ਕਿ ਦੇਖੋ ਉਹਦੇ 'ਚ ਹੁਣ ਬਹੁਤ ਵੱਡੀ ਗਿਣਤੀ ਛੋਟੇ ਦੇ ਸਮਾਜ ਕਿਸਾਨਾਂ ਦੀ ਹੈ। ਹੁਣ ਦੇਖੋ ਮਨਪ੍ਰੀਤ ਬਾਦਲ ਹੈ, ਸੁਖਬੀਰ ਬਾਦਲ ਹੈ, ਸਰਾਵਾਂ ਵਾਲੇ ਨੇ, ਕੈਪਟਨ ਸਾਹਿਬ ਨੇ, ਖੇਤੀ ਦਾ ਫਿਰ ਇਹ ਵੀ ਕਰਦੇ ਨੇ, ਇਹ ਵੀ ਕਹਿੰਦੇ ਅਸੀਂ ਕਿਸਾਨ ਆ, ਕਹਿੰਦੇ। ਅਤੇ ਕੋਈ 2 ਕਿੱਲੇ ਵਾਲਾ 1.5 ਕਿੱਲੇ ਵਾਲਾ ਆਪਣਾ ਭਰਾ ਉਹ ਵੀ ਕਿਸਾਨ ਹੈ। ਅਤੇ ਇਹਨਾਂ ਦੀ ਹੁਣ ਸਾਂਝੀ ਜਥੇਬੰਦੀ ਕਾਹਦੀ ਹੋਊਗੀ? ਨਹੀਂ ਹੋਣੀ ਨਾ, ਇਹ ਕਦੇ ਨਹੀਂ ਹੋਣੀ ਇਹ। ਹਾਂ ਠੀਕ ਹੈ, ਚਲੋ ਜਿਹੜੇ ਖੇਤੀਬਾੜੀ ਆਪ ਕਰਦੇ ਨੇ, ਆਪ ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਕੋਲ ਜ਼ਮੀਨ ਚਲੋ ਹੈ ਨਾ, ਕਿਸੇ ਕੋਲ ਵੱਧ ਆ, ਕਿਸੇ ਕੋਲ ਘੱਟ ਹੈ, ਉਹਨਾਂ ਦਾ ਕੋਈ ਨਾ ਕੋਈ ਸਾਂਝ ਬਣ ਸਕਦੀ ਹੈ। ਜਥੇਬੰਦੀਆਂ ਦਾ ਰੋਲ ਤਾਂ ਹੁਣ ਇਹ ਨੇ ਵੀ ਉਹ ਪਹਿਲਾਂ ਤਾਂ ਆਪਦੀ ਸਮਝ ਸਪਸ਼ਟ ਕਰਨ ਕਿ ਸਰਕਾਰਾਂ ਨਾਲ ਸਾਡਾ ਰਿਸ਼ਤਾ ਕੀ ਹੈ, ਅਤੇ ਜਿਹੜਾ ਇਹ ਸੰਕਟ ਹੈ ਹੈ ਨਾ, ਇਹਦਾ ਜਿਹੜਾ ਖੇਤਰ ਆ ਕਿੱਥੋਂ ਤੱਕ ਹੈ, ਵੀ ਕਿਹੜੇ ਖੇਤਰ ਦਾ ਮਤਲਬ ਹੈ ਨਾ ਵੀ ਕਿਹੜੇ ਹੋਰ ਲੋਕ ਨੇ ਜਿਹੜੇ ਇਹ ਤੋਂ ਪ੍ਰਭਾਵਿਤ ਹੋ ਰਹੇ ਨੇ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਛੋਟੇ ਦੁਕਾਨਦਾਰ ਨੇ, ਬੇਰੁਜ਼ਗਾਰ ਨੌਜਵਾਨ ਨੇ, ਹੈ ਤਾਂ ਸਾਰੀ ਸਿਸਟਮ ਦਾ ਸ਼ਿਕਾਰ ਉਹ ਲੋਕ ਜਿਹੜੇ ਇਹ ਖੇਤੀਬਾੜੀ ਮਾਡਲ ਦੇ ਕਰਕੇ ਬਿਮਾਰੀ ਦਾ ਸ਼ਿਕਾਰ ਨੇ। ਹਰ ਪਰਿਵਾਰ ਹੀ ਹੈ, ਹਰ ਪਰਿਵਾਰ ਦੇ ਵਿੱਚ ਉਹ ਦਿੱਕਤ ਹੈ। ਉਹ ਜਿਹੜਾ ਵਾਤਾਵਰਨ ਨਿਘਾਰ ਹੈ, ਤੁਹਾਡਾ ਪਾਣੀ ਪ੍ਰਦੂਸ਼ਿਤ ਹੋ ਗਿਆ, ਤੁਹਾਡਾ ਜਿਹੜਾ ਜ਼ਮੀਨ ਦੋਜ ਪਾਣੀ ਉਹ ਮੁੱਕਣ ਦੇ ਕਿਨਾਰੇ ਪਹੁੰਚ ਗਿਆ,
ਜਿਹੜੇ ਵਿਦਵਾਨ ਨੇ, ਚਾਹੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਚਾਹੇ ਆਪਣੇ ਲੇਖਕ ਭਾਈਚਾਰਾ, ਇਹ ਸਾਰੇ ਸੰਬੰਧਿਤ ਨੇ। ਸੋ ਜਥੇਬੰਦੀਆਂ ਜਿਹੜੀਆਂ ਨੇ ਉਹ ਤਾਂ ਦੇਖਣਾ ਵੀ ਉਹਨਾਂ ਨੇ, ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਨੇ ਵੱਡਿਆਂ ਨਾਲ ਗੱਠਜੋੜ ਰੱਖਣਾ ਹੈ, ਵੋਟਾਂ ਦੀ ਰਾਜਨੀਤੀ ਕਰਨੀ ਹੈ, ਜਾਂ ਜਿਹੜੇ ਲੋਕਾਂ ਦੇ ਮਸਲੇ ਨੇ, ਮੁੱਦੇ ਨੇ, ਤੇ ਉਹ ਲੋਕ ਜਿਹੜੇ ਉਹਦਾ ਸ਼ਿਕਾਰ ਨੇ, ਉਹਨਾਂ ਨਾਲ ਜੁੜ ਕੇ ਸੰਗਠਿਤ ਹੋ ਕੇ ਇੱਕ ਨਵਾਂ ਜਿਹੜਾ ਪ੍ਰਬੰਧ ਹੈ ਉਹਨੂੰ ਸਿਰਜਣਾ ਹੈ। ਕਿੱਥੋਂ ਸ਼ੁਰੂ ਕਰਾਂ, ਕਿੱਥੋਂ ਜੇ ਸ਼ੁਰੂ ਕਰਾਂ ਕਿ ਅੱਧੀ ਤੇਰੀਆਂ ਮਲਾਜੇਦਾਰਾਂ ਤੇ ਅੱਧੀਆਂ ਗਰੀਬ ਜੱਟ ਦੀ। ਹੁਣ ਗਰੀਬ ਜੱਟ ਕੋਲ ਤਾਂ ਅੱਧੀ ਵੀ ਨਹੀਂ ਰਹੀ, ਅੱਧੋ ਵੀ ਅੱਧੀ ਨਹੀਂ ਰਹੀ, ਐਂ ਕਹਿ ਦਈਏ। ਵਾਰੰਟ ਜਾਰੀ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਜਿਨ੍ਹਾਂ ਨੇ ਖੇਤੀ ਵਿਕਾਸ ਬੈਂਕਾਂ ਤੋਂ ਕਰਜ਼ਾ ਲਿਆ ਹੈ। ਇਹ ਉਹੀ ਸਰਕਾਰ ਨਹੀਂ ਜਿਹੜੀ ਕਹਿੰਦੀ ਸੀ ਕਰਜ਼ਾ ਮਾਫ ਕਰਾਂਗੇ, ਹੁਣ ਇਹ ਵਾਰੰਟ ਮਾਫ ਕਰੀ ਜਾਂਦੇ ਨੇ। ਕਹਿੰਦੇ ਜੀ ਇੱਕ ਵਾਰੀ ਜਾਰੀ ਕਰਤੇ, ਫਿਰ ਹਰਪਾਲ ਚੀਮਾ ਕਹਿੰਦੇ ਜੀ ਮਾਫ ਕਰਤੇ। ਇਹ ਖੇਡ ਇਸੇ ਤਰੀਕੇ ਨਾਲ ਚੱਲੀ ਜਾਊਗੀ ਜਾਂ ਫਿਰ ਇਹਦੇ ਵਿੱਚ ਹੋਰ ਬਦਲਾਅ ਵੀ ਦੇਖਦੇ ਹੋ? ਵਾਰੰਟਾਂ ਵਾਲੀ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਹੈ ਤਾਂ ਇਹ ਗੱਲ ਜਿਹੜੀ ਹੈਗੀ ਆ ਬੜੀ ਚਿੰਤਾ ਵਾਲੀ ਹੈ, ਕਿਉਂਕਿ ਦੇਖਿਆ ਕਿਸਾਨਾਂ ਨੇ ਜਿਹੜੇ ਪਿਛਲੇ ਸਰਕਾਰਾਂ ਤੋਂ ਤਪ ਗਏ ਸੀ, ਸੱਤ ਗਏ ਸੀ, ਉਹਨਾਂ ਨੇ ਨਵੀਂ ਸਰਕਾਰ ਚੁਣੀ ਤੇ ਉਹਨਾਂ ਨੇ ਆਉਂਦਿਆਂ ਨੇ ਉਹਨੂੰ ਤੋਹਫਾ ਦੇ ਦਿੱਤਾ। ਜਿਹੜਾ ਕਾਨੂੰਨ ਸੀ ਇਹ ਵਾਰੰਟ ਕੱਢਣ ਵਾਲਾ, ਇਹ ਕਿਸੇ ਟਾਈਮ ਜਿਹੜਾ ਸੀ ਬੈਕਫੁੱਟ 'ਤੇ ਰੱਖਿਆ ਹੋਇਆ ਸੀ, ਇਸ ਤਰ੍ਹਾਂ ਵਾਰੰਟ ਨਹੀਂ ਜਾਰੀ ਹੁੰਦੇ ਸੀ, ਤੇ ਹੁਣ ਇਹਨੇ ਨਵਾਂ ਤੋਹਫਾ ਦੇ ਦਿੱਤਾ। ਪਰ ਮੈਂ ਇਹ ਸਮਝਦਾ ਕਿ ਸਰਕਾਰ ਕੋਈ ਆ ਜੇ, ਇਹ ਇਸ ਤਰ੍ਹਾਂ ਦਾ ਰੁਖ ਰੱਖਣਗੇ। ਹਾਲਾਂਕਿ ਉਮੀਦ ਲੋਕ ਕਰਦੇ ਨੇ ਕਿ ਸ਼ਾਇਦ ਇਹ ਨਵੀਂ ਸਰਕਾਰ ਉਹਨਾਂ ਦਾ ਮਸਲੇ ਹੱਲ ਕਰ ਦੂਗੀ, ਚਲੋ ਆਪਾਂ ਵੀ ਕਹਿੰਦੇ ਹਾਂ ਕਰ ਦੇਵੇ, ਪਰ ਜਿਹੜੀ ਹਕੀਕਤ ਹੈ ਉਹਦਾ ਭਾਵਨਾਵਾਂ ਨਾਲ ਕੋਈ ਬਾਹਲਾ ਸੰਬੰਧ ਨਹੀਂ ਹੁੰਦਾ। ਹਕੀਕਤ ਇਹ ਹੈ ਵੀ ਜਿਹੜੀ ਸਟੇਟ 3 ਲੱਖ ਕਰੋੜ ਦੇ ਕਰਜ਼ੇ ਥੱਲੇ ਹੈ ਤੇ ਇਨਕਮ ਦੇ ਸੋਰਸ ਉਹ ਜਿੱਥੇ ਹੈਗੇ ਨੇ ਉੱਥੋਂ ਪੈਸੇ ਲੈ ਨਹੀਂ ਰਹੇ, ਜਿੱਥੋਂ ਟੈਕਸ ਇਕੱਠਾ ਹੋ ਸਕਦਾ ਹੈ, ਵੱਡੇ ਲੋਕਾਂ ਕੋਲ ਜਾਇਦਾਦਾਂ ਨੇ, ਆਮਦਨ ਦੇ ਸਾਧਨ ਨੇ, ਉੱਥੋਂ ਲੈ ਨਹੀਂ ਰਹੇ, ਤਾਂ ਹੁਣ ਫਿਰ ਜਿਹੜੀਆਂ ਇਹ ਵਾਰੰਟੀ ਕੱਢਣਗੇ ਉਹ, ਇਹ ਤਾਂ ਹੁਣ ਸਪਸ਼ਟ ਹੈ ਕਿ ਉਹ ਵਾਰੰਟੀ ਕੱਢਣਗੇ। ਤੇ ਜੇ ਨਹੀਂ ਕੋਈ ਹੱਲ ਨਿਕਲਦਾ ਤਾਂ ਜਿਹੜਾ ਕਿਸਾਨੀ ਸੰਕਟ ਹੈ, ਇਹ ਸਾਰੇ ਜਿਹੜੇ ਵਰਗ ਨੇ ਉਹਨਾਂ ਨੂੰ ਆਪਦੇ ਘੇਰੇ 'ਚ ਲੈ ਲੂਗਾ, ਬਹੁਤਿਆਂ ਨੂੰ ਲੈ ਚੁੱਕਿਆ ਇਹ। ਰਾਜਨੀਤਿਕ ਜਿਹੜੀ ਹੈਗੀ ਉਥਲ ਪੁਥਲ, ਸਮਾਜਿਕ ਤਾਣੇ ਬਣਦਾ ਟੁੱਟ ਭੱਜ, ਆਰਥਿਕ ਤੌਰ 'ਤੇ ਜਿਹੜੇ ਪਾੜਿਆਂ ਦਾ ਵਧਣਾ, ਹੈ ਨਾ, ਅਤੇ ਫਿਰਕਾ ਪ੍ਰਸਤੀ ਵਰਗੇ ਮੁੱਦੇ ਵੀ ਸਰਕਾਰਾਂ ਲੈ ਕੇ ਆਉਣਗੀਆਂ, ਠਾਉਣਗੀਆਂ। ਜਿਵੇਂ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਕਿ ਦਲਿਤ ਵਰਸ ਜਰਨਲ ਬਣਾ ਲਿਆ, ਭਾਰਤ 'ਚ ਹਿੰਦੂ ਵਰਸ ਮੁਸਲਮਾਨ ਬਣਾ ਲਿਆ। ਇਹ ਮੁੱਦੇ ਜਿਹੜੇ ਹੈਗੇ ਨੇ ਸਿੱਧੇ ਸੰਬੰਧਿਤ ਨੇ ਕਿ ਜਿਹੜਾ ਇਹ ਸੰਕਟ ਦਰਪੇਸ਼ ਹੈ ਇਕੋਨਮੀ ਦੇ ਵਿੱਚ, ਇਹਦਾ ਵੱਡਾ ਹਿੱਸਾ ਸਾਡਾ ਖੇਤੀਬਾੜੀ ਆ ਭਾਰਤ ਦੇ ਵਿੱਚ, ਉਹਨੂੰ ਇਗਨੋਰ ਕਰਨ ਦੇ ਲਈ ਜਾਂ ਉਹਨੂੰ ਉਪਤਪ ਕਰਕੇ ਉਹ ਕਹਿੰਦੇ ਵੀ ਲੁਕਿਆ ਰਹੇ ਗੱਲ, ਇਹ ਲੁਕਦੀ ਨਹੀਂ। ਇਹ ਸਾਰੇ ਵਰਗਾਂ ਨੂੰ ਹੀ ਆਪਦੇ ਕਲਾਵੇ 'ਚ ਲੈ ਲੂਗਾ ਅਤੇ ਫਿਰ ਸਿੱਟੇ ਭੁਗਤਾਂਗੇ ਅਸੀਂ ਜੇ ਨਹੀਂ ਇਹਦਾ ਕੋਈ ਹੱਲ ਕੱਢਿਆ ਤਾਂ। ਬਿਲਕੁਲ। ਆਖਰੀ ਸਵਾਲ ਕਰਦੇ ਹਾਂ, ਵਕਤ ਕਾਫੀ ਗੁਜ਼ਰ ਗਿਆ ਹੈ, ਗੱਲਾਂ ਪੂਰੀਆਂ ਨਹੀਂ ਹੋਈਆਂ ਅਤੇ ਨਾ ਹੀ ਇਹ ਜਿਹੜਾ ਮੁੱਦਾ ਹੈ ਕਦੇ ਗੁੰਝਲਿਆ ਹੀ ਇੰਨਾ ਹੈ ਕਿ ਇਸ ਨੂੰ ਅਸੀਂ ਤਾਣਾ ਬਾਣਾ ਸੁਧਾਰ ਨਹੀਂ ਸਕਦੇ, ਚਾਹੇ ਕਿੰਨੀ ਮਰਜ਼ੀ ਇਹਦੇ ਉੱਤੇ ਅਸੀਂ ਮੱਥਾਪਾਚੀ ਕਰਦੇ ਰਹੀਏ। ਪਰ ਆਖਰੀ ਸਵਾਲ ਕਰੂੰਗਾ, ਖੇਤੀ ਦਾ ਭਵਿੱਖ ਤੁਸੀਂ ਆਪਣੇ ਅਨੁਸਾਰ ਕੀ ਵੇਖਦੇ ਹੋ? ਜਸਵਿੰਦਰ, ਖੇਤੀ ਦਾ ਭਵਿੱਖ ਮਨੁੱਖਤਾ ਦਾ ਭਵਿੱਖ ਹੈ ਜੀ। ਖੇਤੀਬਾੜੀ ਦਾ ਸਿਰਫ ਐਂ ਨਹੀਂ ਹੈ ਕਿ ਫਸਲਾਂ ਉਗਾ ਲਈਆਂ, ਤੁਸੀਂ ਕੀ ਖਾਂਦੇ ਹੋ, ਤੁਸੀਂ ਕੀ ਪੀਂਦੇ ਹੋ, ਤੁਹਾਡੀ ਸ਼ਖਸੀਅਤ ਨੂੰ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਚੀਜ਼ ਪ੍ਰਭਾਵਿਤ ਕਰੂਗੀ। ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣ ਚੁੱਕੇ ਨੇ ਕਿ ਦੇਖੋ, ਅਸੀਂ ਜ਼ਮੀਨ ਆ, ਜ਼ਮੀਨ ਦੀ ਸਿਹਤ ਬਾਰੇ ਅਸੀਂ ਜਮਾਂ ਨਹੀਂ ਸੋਚਿਆ ਕਿਸੇ ਨੇ ਵੀ। ਮੈਂ ਕਿਸਾਨ ਨੂੰ ਜ਼ਿੰਮੇਦਾਰ ਨਹੀਂ ਠਹਿਰਾਉਂਦਾ ਇਹਦੇ ਲਈ, ਇਹ ਤਾਂ ਹੁਣ ਜਿਹੜਾ ਸਿਸਟਮ ਚਲਾ ਰਹੇ ਲੋਕ ਨੇ ਉਹ ਜ਼ਿੰਮੇਦਾਰ ਨੇ। ਪਾਣੀ ਸਾਡਾ ਪਾਣੀ ਸੀ, ਨਹਿਰੀ ਪਾਣੀ ਸੀ, ਉਹ ਗੰਧਲਾ ਹੋ ਗਿਆ, ਜ਼ਮੀਨ ਤੋਂ 'ਚ ਪਾਣੀ ਮੁੱਕਣ ਦੇ ਕੰਢੇ ਪਹੁੰਚ ਗਿਆ, ਗੰਦਾ ਹੋ ਗਿਆ, ਉਹ ਵੀ ਕੈਮੀਕਲ ਵਰਤੇ ਗਏ। ਜਿਹੜੇ ਕਿਸਾਨ ਨੇ ਖੇਤੀ ਕਰਦੀਆਂ ਨੇ ਉਹ ਕਰਜ਼ਿਆਂ 'ਚ ਨੇ, ਉਹ ਸੁਸਾਈਡ ਕਰ ਰਹੇ ਨੇ। ਜੇ ਨਸ਼ਿਆਂ ਦੀ ਗੱਲ ਦਾ ਇੱਕ ਪੁਆਇੰਟ ਮੈਂ ਹੋਰ ਜੋੜਨਾ ਚਾਹੁੰਦਾ ਕਿ ਇਹ ਸੰਬੰਧ ਹੈਗਾ ਕਿ ਇਹ ਗੱਲ ਹੈਗਾ ਕਿ ਨਸ਼ੇ ਕਰਕੇ ਕਰਜ਼ੇ ਨੇ ਕਿ ਕਰਜ਼ੇ ਕਰਕੇ ਨਸ਼ੇ ਨੇ, ਇਹ ਵੀ ਚੀਜ਼ ਦੇਖਣ ਵਾਲੀ ਹੈ। ਬਿਲਕੁਲ, ਇਹ ਚੀਜ਼ ਦਾ ਕਿਤੇ ਨਾ ਕਿਤੇ ਸੰਬੰਧ ਜੁੜਿਆ ਹੋਇਆ ਕਿ ਕਰਜ਼ਾ ਆ ਉਹਦੇ ਨਾਲ ਨਸ਼ਾ ਆਇਆ। ਜਿਹੜੇ ਸਾਡੇ ਨੌਜਵਾਨ ਨੇ ਹੁਣ ਦੇਖੋ, ਉਹ ਖੇਤੀਬਾੜੀ ਨੂੰ ਜਿਹੜੀ ਹੈਗੀ ਅਲਵਿਦਾ ਕਹਿ ਰਹੇ ਨੇ, ਛੱਡ ਕੇ ਭੱਜ ਰਹੇ ਨੇ ਜੀ। ਪਲਾਇਨ ਹੋ ਰਿਹਾ ਪੰਜਾਬ 'ਚ, ਹੋ ਗਈ ਭਾਰਤ 'ਚ ਵੀ ਲੋਕ ਜਾਣ ਲੱਗ ਗਏ, ਪੰਜਾਬ 'ਚ ਬਹੁਤ ਵੱਡੀ ਗਿਣਤੀ ਜਾ ਰਹੇ ਨੇ। ਤਾਂ ਇਹ ਸਾਰਾ ਕੁਝ ਦੇਖਦੇ ਹੋਏ ਜਿਹੜਾ ਖੇਤੀ ਦਾ ਭਵਿੱਖ ਹੈ ਬੜਾ ਧੁੰਦਲਾ ਹੈ ਜੀ। ਉਹ ਧੁੰਦਲੇਪਣ ਦੇ ਵਿੱਚੋਂ ਹੋ ਸਕਦਾ ਮੰਡੀ ਜਾਂ ਜਿਹੜੀ ਸਰਮਾਏਦਾਰੀ ਆ ਨਵਾਂ ਮੌਕਾ ਲੱਭ ਲੇ ਕਿ ਉਹ ਜ਼ਮੀਨਾਂ 'ਤੇ ਕਬਜ਼ਾ ਕਰ ਜੇ। ਜਿਹੜੇ ਮੁਲਕ ਦੇ ਵਿੱਚ ਹੁਣ ਹੀ ਆਹ ਹਾਲ ਨੇ,
ਹੁਣੀ ਲੋਕਾਂ ਦੀਆਂ ਸਿਹਤ ਸਹੂਲਤਾਂ ਕਰਨੀਓ ਜਾਂ ਖੁਰਾਕ ਨੂੰ ਇੰਨੀ ਮਾੜੀ ਹਾਲਤ ਆ, ਜੇ ਵੱਡਿਆਂ ਦੇ ਹੱਥ 'ਚ, ਕਾਰਪੋਰੇਟਾਂ ਦੇ ਹੱਥ 'ਚ ਇਹ ਚੀਜ਼ ਚਲੀ ਗਈ, ਤੁਹਾਡਾ ਪਾਣੀ, ਤੁਹਾਡੀ ਹਵਾ, ਤੁਹਾਡੀ ਜ਼ਮੀਨ ਤੇ ਤੁਹਾਡੀ ਜਿਹੜੀ ਹੈਗੀ ਹੈ ਰੋਟੀ, ਬੁਰਕੀ, ਤੁਸੀਂ ਪਿੰਜਰੇ 'ਚ ਬੈਠੇ ਝਾਕੋਗੇ ਸਾਨੂੰ ਬੁਰਕੀ ਪਾਉਂਦੇ ਕਿ ਨਹੀਂ ਪਾਉਂਦੇ, ਇਹ ਹਾਲਾਤ ਹੋ ਜਾਣਗੇ ਅਤੇ ਬਹੁਤ ਛੇਤੀ ਹੋ ਜਾਣਗੇ ਜੇ ਆਪਾਂ ਇਸ ਤਰ੍ਹਾਂ ਇਸ ਗੱਲ ਨੂੰ ਸਰਕਾਰਾਂ ਇਗਨੋਰ ਕਰਦੀਆਂ ਗਈਆਂ, ਲੋਕਾਂ ਨੇ ਜਾਂ ਸਿਵਲ ਸੁਸਾਇਟੀ ਨਹੀਂ ਸਮਝਿਆ ਕਿ ਦੂਜਿਆਂ ਦਾ ਸੰਕਟ ਆ, ਸਾਡਾ ਨਹੀਂ, ਤਾਂ ਮੇਰੇ ਖਿਆਲ ਦੇ ਵਿੱਚ ਅਗਲੇ 20-25 ਸਾਲਾਂ 'ਚ ਹੀ ਸਾਡੇ ਸਾਹਮਣੇ ਆ ਜਾਊ ਸਾਰਾ ਕੁਛ। ਸੋ ਬਹੁਤ ਹੀ ਜਿਹੜਾ ਹੈਗਾ ਡਰਾਵਣੀ ਪਿਕਚਰ ਹੈ ਇਹ ਜੀ, ਜਿਹਨੂੰ ਅਸੀਂ ਕੰਧ 'ਤੇ ਲਿਖੇ ਨੂੰ ਦੇਖ ਕੇ ਮੁੱਕਰ ਨਹੀਂ ਸਕਦੇ, ਇਹਦਾ ਸਾਹਮਣਾ ਸਾਨੂੰ ਕਰਨਾ ਹੀ ਪਊ ਜੀ। ਤੁਸੀਂ ਸਟੂਡੀਓ ਵਿੱਚ ਆਏ, ਇਸ ਵਿਸ਼ੇ ਦੇ ਉੱਤੇ ਬੜੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ, ਇਹਦੇ ਲਈ ਵਿਰਾਸਤ ਮੀਡੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਬਹੁਤ ਬਹੁਤ ਧੰਨਵਾਦ। ਇਹ ਸੀ ਜੀ ਬਹਾਦਰ ਸਿੰਘ ਦਿਉਣ ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਅਗਲੀ ਮੁਲਾਕਾਤ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਕਿਸੇ ਹੋਰ ਮੁੱਦੇ ਉੱਤੇ ਤੁਹਾਡੇ ਸਨਮੁਖ ਹੁੰਦੇ ਆ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।